ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਹਾਂ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਔਰ ਇਸ ਪ੍ਰੋਗਰਾਮ ਨੂੰ ਅਸੀਂ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਕਰਦੇ ਹਾਂ। ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਹੈ ਉਹ 7 ਤੋਂ 8 ਹੋਇਆ ਕਰਦਾ ਔਰ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਸੀਂ ਫੇਸਬੁੱਕ ਦੇ ਉੱਪਰ ਵੀ ਦੇਖ ਸਕਦੇ ਹੋ। ਕਿਸੇ ਵਜ੍ਹਾ ਨਾਲ ਤੁਸੀਂ ਪ੍ਰੋਗਰਾਮ ਦੇਖਣੋਂ ਖੁੰਝ ਗਏ ਤਾਂ ਤੁਸੀਂ ਫੇਸਬੁੱਕ ਤੇ ਸਰਚ ਕਰਨਾ ਵਿਜ਼ਨ ਪੰਜਾਬ ਟੀਵੀ ਕੈਨੇਡਾ ਤਾਂ ਉਹਦੇ ਉੱਪਰ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਸਾਰੇ ਦੇ ਸਾਰੇ ਲਿੰਕ ਜਿਹੜੇ ਉਹ ਮੌਜੂਦ ਹੈ। ਜਦੋਂ ਤੁਸੀਂ ਮਰਜ਼ੀ ਇਸ ਪ੍ਰੋਗਰਾਮ ਨੂੰ ਵਾਚ ਕਰ ਸਕਦੇ ਹਾਂ ਕਿਉਂਕਿ ਜਿੰਨੇ ਵੀ ਪ੍ਰੋਗਰਾਮ ਅਸੀਂ ਪੇਸ਼ ਕਰਦੇ ਹਾਂ ਉਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲਾਈਵ ਕੀਤੇ ਜਾਣ ਔਰ ਚਾਹੇ ਉਹ ਇੰਡੀਆ ਤੋਂ ਹੋਣ ਚਾਹੇ ਕੈਨੇਡਾ ਤੋਂ ਚਾਹੇ ਹੋਰ ਜਿੰਨੇ ਵੀ ਸਾਡੇ ਸਟੂਡੀਓਜ਼ ਹੈ ਅਸੀਂ ਉੱਥੋਂ ਪੇਸ਼ ਕਰਦੇ ਹਾਂ ਤਾਂ ਸਾਰੇ ਦੇ ਸਾਰੇ ਪ੍ਰੋਗਰਾਮ ਅਸੀਂ ਲਾਈਵ ਕਰਦੇ ਹਾਂ ਔਰ ਨਾਲ ਦੀ ਨਾਲ ਅਸੀਂ ਤਾਕੀਦ ਕਰਦੇ ਹਾਂ ਕਿ ਤੁਸੀਂ ਆਪਣੀ ਫੀਡਬੈਕ ਦੇਣੀ ਜ਼ਰੂਰ ਰੱਖਿਆ ਕਰੋ ਜਾਰੀ ਕਿਉਂਕਿ ਸਾਨੂੰ ਤੁਹਾਡੀ ਫੀਡਬੈਕ ਦੇ ਨਾਲ ਹੀ ਪਤਾ ਲੱਗਣਾ ਕਿ ਅਸੀਂ ਆਪਣੇ ਪ੍ਰੋਗਰਾਮਸ ਦੇ ਵਿੱਚ ਹੋਰ ਕਿੰਨਾ ਕੁ ਨਿਖਾਰ ਲਿਆ ਸਕਦੇ ਹਾਂ ਹੋਰ ਕਿੰਨਾ ਕੁ ਅਸੀਂ ਆਥੈਂਟਿਕ ਔਰ ਚੰਗੀ ਅਵੇਅਰਨੈਸ ਵਾਲੇ ਜਿਹੜੇ ਪ੍ਰੋਗਰਾਮ ਹੈ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਕਰੀਏ। ਸੋ ਅਵੇਅਰਨੈਸ ਤੋਂ ਗੱਲ ਅੱਗੇ ਤੋਰਦੇ ਹਾਂ ਤਾਂ ਅੱਜ ਅਸੀਂ ਤੁਹਾਡੇ ਰੂਬਰੂ ਇੱਕ ਅਜਿਹੀ ਸ਼ਖਸੀਅਤ ਨੂੰ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਸਾਰੇ ਦੇ ਸਾਰੇ ਡਾਇਸਪੋਰਾ ਨੂੰ ਹੰਢਾ ਕੇ ਜਦੋਂ ਅਸੀਂ ਕੈਨੇਡਾ ਦੇ ਵਿੱਚ ਆਉਣੇ ਚਾਹੇ ਕਿਸੇ ਵੀ ਕੰਟਰੀ ਤੋਂ ਆਈਏ ਤਾਂ ਖਾਸ ਕਰਕੇ ਸਾਡੀਆਂ ਕਮਿਊਨਿਟੀ ਦੀਆਂ ਕਿਉਂਕਿ ਪੰਜਾਬ ਦੇ ਨਾਲ ਅਸੀਂ ਸਾਡਾ ਵਿਵਸਥਾ ਹੈ ਅਸੀਂ ਔਰ ਸਾਡੀਆਂ ਜੜ੍ਹਾਂ ਪੰਜਾਬ ਦੇ ਨਾਲ ਹਨ ਤਾਂ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਜਦੋਂ ਪੰਜਾਬ ਦਾ ਕੋਈ ਵੀ ਵਿਅਕਤੀ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਜਾ ਕੇ ਮੱਲ ਮਾਰਦਾ ਤਾਂ ਸਾਨੂੰ ਇੱਕ ਮਾਣ ਮਹਿਸੂਸ ਹੁੰਦਾ। ਬੇਸ਼ੱਕ ਸਾਡਾ ਉਹਦੇ ਨਾਲ ਕੋਈ ਰਿਸ਼ਤਾ ਨਾਤਾ ਜਾਂ ਕੋਈ ਦੂਰ ਦੂਰ ਦਾ ਵੀ ਸੰਬੰਧ ਨਾ ਹੋਵੇ ਤਾਂ ਵੀ ਸਾਨੂੰ ਮਹਿਸੂਸ ਹੁੰਦਾ ਮਾਣ ਮਹਿਸੂਸ ਹੁੰਦਾ ਕਿ ਸਾਡਾ ਪੰਜਾਬੀ ਜਿਹੜਾ ਭਾਈ ਹੈ ਜਿਹੜਾ ਉਹ ਇੱਕ ਚੰਗੇ ਜਿਹੜੇ ਅਹੁਦੇ 'ਤੇ ਪਹੁੰਚਿਆ। ਸੋ ਅਜਿਹੀ ਸ਼ਖਸੀਅਤ ਅੱਜ ਤੁਹਾਡੇ ਅਸੀਂ ਰੂਬਰੂ ਕਰ ਰਹੇ ਹਾਂ ਜਿਸ ਨੇ ਪੰਜਾਬ ਤੋਂ ਆਪਣਾ ਸਫ਼ਰ ਆਰੰਭਿਆ ਅਤੇ ਫਿਰ ਕਿੱਧਰ ਦੀ ਹੋ ਕੇ ਕੈਨੇਡਾ ਦੀ ਧਰਤੀ 'ਤੇ ਆਏ ਅਤੇ ਫਿਰ ਇੱਕ ਬਹੁਤ ਵੱਡੀ ਪੋਸਟ ਜਿਹਨੂੰ ਅਸੀਂ ਜੱਜ ਕਹਿੰਦੇ ਹਾਂ ਸੋ ਅਜਿਹੀ ਪੋਸਟ ਜੱਜ ਤੋਂ ਉਹ ਸਿਟੀਜ਼ਨਸ਼ਿਪ ਜੱਜ ਤੋਂ ਰਿਟਾਇਰ ਹੋ ਕੇ ਸੋ ਉਸ ਤੋਂ ਬਾਅਦ ਉਹ ਕੋਈ ਖੜੋਤ ਨਹੀਂ ਆਈ ਉਹਨਾਂ ਨੇ ਫਿਰ ਇਹ ਬੀੜਾ ਚੁੱਕਿਆ ਕਿ ਸਮਾਜ ਦੇ ਵਿੱਚ ਕਮਿਊਨਿਟੀ ਦੇ ਲਈ ਇੱਕ ਸੋਸ਼ਲ ਵਰਕਰ ਦੇ ਤੌਰ 'ਤੇ ਉਹਨਾਂ ਨੇ ਕੰਮ ਜਿਹੜਾ ਆਰੰਭਿਆ ਹੋਇਆ ਔਰ ਅੱਜ ਵੀ ਕਰ ਰਹੇ ਨੇ। ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਉਮਰਾਂ ਦੇ ਵਿੱਚ ਬਿਲਕੁਲ ਕੁਛ ਨਹੀਂ ਰੱਖਿਆ ਪਰ ਇੱਕ ਜਿਉਂਦੀ ਜਾਗਦੀ ਮਿਸਾਲ ਅੱਜ ਅਸੀਂ ਤੁਹਾਡੇ ਨਾਲ ਉਹਨਾਂ ਨੂੰ ਮਿਲਾਵਾਂਗੇ। ਸੋ ਮੇਰੀ ਮੁਰਾਦ ਹੈ ਹੈਰੀ ਧਾਲੀਵਾਲ ਜੀ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਰਮਨ ਜੀ ਤੁਹਾਡਾ ਬਹੁਤ ਸ਼ੁਕਰੀਆ ਬੜੀ ਵਧੀਆ ਇੰਟਰੋਡਕਸ਼ਨ ਦੇਣ ਦਾ ਅਤੇ ਮੈਨੂੰ ਉਮੀਦ ਹੈ ਅਤੇ ਆਸ ਹੈ ਕਿ ਮੈਂ ਇਸ ਉੱਤੇ ਪੂਰਾ ਉਤਰਾਂਗਾ ਅਤੇ ਜਿਹੜੇ ਤੁਹਾਡੇ ਸਰੋਤੇ ਨੇ ਵਿਜ਼ਨ ਪੰਜਾਬ ਦੇ ਤੁਹਾਨੂੰ ਦੇਖਣ ਵਾਲੇ ਉਹਨਾਂ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਨਮਸਕਾਰ ਕਰਦਾ ਜੀ। ਸਤਿ ਸ੍ਰੀ ਅਕਾਲ। ਸੋ ਅਸੀਂ ਧਾਲੀਵਾਲ ਸਾਹਿਬ ਜਦੋਂ ਤੁਸੀਂ ਕਹਿ ਰਹੇ ਨੇ ਇੰਟਰੋਡਕਸ਼ਨ ਵੈਸੇ ਜਿਹੋ ਜਿਹੀ ਤੁਹਾਡੀ ਸ਼ਖਸੀਅਤ ਹੈ ਕਿਸੇ ਤਾਰੀਫ ਦੀ ਉਹ ਮੁਹਤਾਜ ਨਹੀਂ ਹੁੰਦੀ ਪਰ ਫਿਰ ਵੀ ਕਈ ਵਾਰੀ ਅਜਿਹੇ ਲੋਕ ਅਜਿਹੇ ਦਰਸ਼ਕ ਸਾਡੇ ਭੈਣ ਭਰਾ ਹੁੰਦੇ ਨੇ ਜਿਨ੍ਹਾਂ ਨੇ ਪਹਿਲੀ ਵਾਰੀ ਨਾਮ ਜ਼ਰੂਰ ਸੁਣਿਆ ਹੁੰਦਾ ਪਰ ਦੇਖਿਆ ਪਹਿਲੀ ਵਾਰੀ ਹੁੰਦਾ ਔਰ ਅਜਿਹੇ ਦਰਸ਼ਕ ਤੁਹਾਨੂੰ ਅੱਜ ਦੇਖ ਰਹੇ ਨੇ। ਸੋ ਜੋ ਅੱਜ ਦਾ ਅਸੀਂ ਵਿਸ਼ਾ ਚੁਣਿਆ ਸੋ ਧਾਲੀਵਾਲ ਸਾਹਿਬ ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਸੰਖੇਪ 'ਚ ਦੱਸਣਾ ਚਾਹੁੰਦਾ ਕਿ ਵਿਸ਼ਾ ਇਹ ਹੈ ਕਿ ਜਦੋਂ ਅਸੀਂ ਪ੍ਰਵਾਸ ਹੰਢਾ ਕੇ ਕਿਸੇ ਵੀ ਕੰਟਰੀ ਤੋਂ ਇੱਥੇ ਆਉਣੇ ਆ ਹੁਣ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਪੰਜਾਬ ਤੋਂ ਅਸੀਂ ਇੱਥੇ ਪਹੁੰਚੇ ਹਾਂ ਤਾਂ ਸਾਡਾ ਫਰਜ਼ ਬਣ ਜਾਂਦਾ ਬੇਸ਼ੱਕ ਅਸੀਂ ਆਪਣੀ ਰਹੁ ਰੀਤਾਂ ਕਲਚਰ ਆਪਣਾ ਨਾਲ ਚੱਕ ਕੇ ਲੈ ਕੇ ਆਉਣੇ ਕੈਰੀ ਕਰਕੇ ਲੈ ਕੇ ਆਉਣੇ ਆ ਪਰ ਫਿਰ ਵੀ ਜਿੱਥੇ ਅਸੀਂ ਪਹੁੰਚੇ ਹਾਂ ਉੱਥੋਂ ਦਾ ਜੋ ਸਿਸਟਮ ਹੈ ਉੱਥੋਂ ਦਾ ਜੋ ਕਲਚਰ ਹੈ ਉੱਥੋਂ ਦੀਆਂ ਜੋ ਰੀਤੀ ਰਿਵਾਜ ਨੇ ਉਹਨਾਂ ਨੂੰ ਅਸੀਂ ਆਪਣੇ 'ਤੇ ਹੰਢਾਉਣਾ ਹੁੰਦਾ ਜਾਂ ਇਹ ਕਹਿ ਲਓ ਕਿ ਅਸੀਂ ਅਮਲ ਦੇ ਵਿੱਚ ਲੈ ਕੇ ਆਉਣਾ ਹੁੰਦਾ। ਜੇ ਅਸੀਂ ਕਹਿ ਦਈਏ ਕਿ ਉੱਥੇ ਜੋ ਚੱਲਦਾ ਸੀ ਅਸੀਂ ਇੱਥੇ ਵੀ ਕਰਾਂਗੇ ਸ਼ਾਇਦ ਇਹ ਅਣਹੋਣੀ ਜਾਤ ਕਥਨੀ ਹੋਣੀ ਹੈ। ਸੋ ਇਸ ਕਰਕੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਇੱਥੇ ਚੰਗੇ ਨਾਗਰਿਕ ਉਹ ਬਹੁਤ ਘੱਟ ਜਿਹੜੇ ਨਜ਼ਰ ਆਉਂਦੇ ਆ। ਜੇ ਕਹਿ ਲਓ ਕਿ ਇਹ ਨਹੀਂ ਗੱਲ ਕਿ ਬੰਦੇ ਚੰਗੇ ਨਹੀਂ ਪਰ ਲੇਕਿਨ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਨੂੰ ਇਨ ਬਿਨ ਫੋਲੋ ਕਰਦੇ ਆ ਇੱਥੋਂ ਦੇ ਕਾਨੂੰਨ ਨੂੰ ਕੈਨੇਡਾ ਦੇ ਕਾਨੂੰਨ ਨੂੰ ਇਨ ਬਿਨ ਆਪਣੇ ਉੱਪਰ ਅਮਲੀ ਜਾਮਾ ਪਹਿਨਾਉਂਦੇ ਆ ਉਹ ਜਿਵੇਂ ਕਹਿੰਦੇ ਆ ਨਾ ਵੀ ਜੱਗ ਮੇ ਉੱਤਮ ਕੱਢੀਏ ਵਿਰਲੇ ਕਈ ਕੇ ਉਹ ਗਿਣਵੇਂ ਚੁਣਵੇਂ ਹੁੰਦੇ ਆ। ਸੋ ਉਹਨਾਂ ਉੱਪਰ ਅਸੀਂ ਅੱਜ ਜਿਹੜੀ ਚਰਚਾ ਕਰਾਂਗੇ ਔਰ ਕਿਵੇਂ ਚੰਗੇ ਨਾਗਰਿਕ ਬਣ ਸਕਦੇ ਆ ਕੈਨੇਡਾ ਦੇ ਵਿੱਚ ਰਹਿ ਕੇ ਕਿਉਂਕਿ ਤੁਹਾਡਾ ਜੋ ਐਕਸਪੀਰੀਅੰਸ ਹੈ ਤਜਰਬਾ ਹੈ ਉਹ ਇੱਕ ਚੰਗੇ ਕਹਿ ਲਓ ਕਿ ਜੱਜ ਦੇ ਅਹੁਦੇ ਤੋਂ ਤੁਸੀਂ ਰਿਟਾਇਰ ਹੋਏ ਹੋ
ਉਹਦੇ ਸੰਬੰਧਿਤ ਅਸੀਂ ਉਸ ਚੌਖਟੇ ਦੇ ਵਿੱਚ ਰਹਿ ਕੇ ਅਸੀਂ ਜਾਣਾਂਗੇ ਤੁਹਾਡੇ ਤੋਂ, ਤੁਹਾਡੇ ਵਿਚਾਰ, ਤੁਹਾਡੇ ਓਪੀਨੀਅਨ ਕਿ ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਇੱਕ ਜੋ ਕਾਨੂੰਨ ਆ ਆਪਣੇ ਉੱਪਰ ਲਾਗੂ ਕਰੀਏ। ਸੋ ਇਸ ਤੋਂ ਪਹਿਲਾਂ ਕਿ ਆਪਾਂ ਚਰਚਾ ਨੂੰ ਅੱਗੇ ਤੋਰੀਏ, ਮੈਂ ਤੁਹਾਡੇ ਬਾਰੇ, ਤੁਹਾਡੇ ਪਿਛੋਕੜ ਬਾਰੇ ਜਾਣਨਾ ਚਾਹੁੰਦਾ। ਤੁਹਾਡਾ ਪਿਛੋਕੜ ਪੰਜਾਬ ਤੋਂ, ਜਾਂ ਤੁਸੀਂ ਜਦੋਂ ਕੈਨੇਡਾ ਦੀ ਧਰਤੀ ਤੇ ਆਏ ਤਾਂ ਕਿੰਨੇ ਵਰ੍ਹੇ ਹੋ ਗਏ ਤੇ ਕਿੰਨੇ ਵਰ੍ਹੇ ਦੀ ਤੁਹਾਡੀ ਸਰਵਿਸ, ਤੁਸੀਂ ਇੱਥੋਂ ਤੱਕ ਪਹੁੰਚੇ? ਦੇਖੋ ਜੀ, ਜਿਹੜਾ ਪੰਜਾਬੀਅਤ ਜਿਹੜੀ ਹੈਗੀ ਆਪਣੀ ਪੰਜਾਬੀਅਤ, ਜਿਹਦੇ ਨਾਲ ਆਪਣਾ ਹੋਸ਼, ਜੋਸ਼ ਤੇ ਜਿਹੜਾ ਸੋਚ ਦਾ ਸੰਮੇਲ ਹੈਗਾ ਜੀ, ਇਹ ਬਹੁਤ ਪਾਵਰਫੁਲ ਹੈ। ਵਾਹ। ਉਹੀ ਪੰਜਾਬ ਨੂੰ ਜਦੋਂ ਦੇਖਦਾ, ਉਹ ਜਿਹੜੀ ਲੈਂਡ ਹੈ, ਉਹ ਧਰਤੀ ਹੈ, ਜਿਹੜਾ ਉਹ ਕਦਰਾਂ ਕੀਮਤਾਂ ਜਿਹੜੀਆਂ ਆਪਣੇ ਧਰਮ ਚੋਂ, ਸਮਾਜ ਚੋਂ, ਆਪਣੇ ਸਕੂਲਾਂ ਚੋਂ, ਮਾਂ ਪਿਓ ਚੋਂ ਜਿਹੜੇ ਸਿੱਖੀਆਂ ਨੇ, ਜਦੋਂ ਉਹਨਾਂ ਨੂੰ ਅਪਣਾਉਂਦਾ, ਉੱਥੇ ਉਹਨਾਂ ਦੀ ਐਪਲੀਕੇਸ਼ਨ ਕਰਦਾ, ਜਦੋਂ ਉਹਨਾਂ ਨੂੰ ਨਹੀਂ ਕਿਤੇ ਢੋ ਮਿਲਦੀ ਜਾਂ ਉਹਨਾਂ ਨੂੰ ਨਹੀਂ ਉਨੀ ਕਾਮਯਾਬੀ ਮਿਲਦੀ, ਫਿਰ ਉਹ ਜਿਹੜਾ ਸਮੇਲ ਹੈ, ਜਿਹੜਾ ਤਿੰਨੇ ਚੀਜ਼ਾਂ ਦਾ, ਹੋਸ਼, ਜੋਸ਼ ਤੇ ਸੋਚ ਦਾ, ਉਹ ਉਹਨਾਂ ਨੂੰ ਉੱਥੋਂ ਨਿਕਲਣ ਵਾਸਤੇ ਹੌਸਲਾ ਵੀ ਦਿੰਦਾ ਜੀ, ਅਕਲ ਵੀ ਦਿੰਦਾ, ਤਾਕਤ ਵੀ ਦਿੰਦਾ ਤੇ ਸਮਝ ਵੀ ਦਿੰਦਾ, ਸਾਰੀ ਚੀਜ਼ ਦਿੰਦਾ ਜੀ। ਉਹਦੇ ਧੱਕੇ ਹੋਏ ਮੈਂ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਬੀਟੈਕ ਕੀਤੀ 78 ਦੇ ਵਿੱਚ, ਲੁਧਿਆਣਾ। ਹਾਂ ਜੀ। ਤੇ ਜਗਰਾਵਾਂ ਦੇ ਕੋਲ ਮੇਰਾ ਪਿੰਡ ਸ਼ੇਰਪੁਰ ਕਲਾਂ ਮੇਰਾ ਪਿੰਡ ਹੈ ਜੀ। ਤੇ ਉੱਥੋਂ ਡਿਗਰੀ ਕਰਨ ਤੋਂ ਬਾਅਦ ਜਿਹੜੀ ਮੇਰੀ ਬਹੁਤ ਸਿਖਲਾਈ, ਸਾਡੀ ਜਿਹੜੀ ਯੂਨੀਵਰਸਿਟੀ ਦੀ ਜਿਹੜੀ ਐਜੂਕੇਸ਼ਨ ਹੈ, ਤੁਸੀਂ ਦੇਖੋਗੇ ਜਿਹੜੇ ਬਹੁਤੇ ਕਾਲਜ ਜਾਂ ਜਿਹੜੇ ਹੈਗੇ ਨੇ, ਉਹ ਤੁਹਾਨੂੰ ਪੈਸੇ ਬਣਾਉਣ ਵਾਸਤੇ ਟ੍ਰੇਨ ਕਰਦੇ ਆ, ਪਰ ਸਾਡੀ ਜਿਹੜੀ ਖਾਸੀਅਤ ਜਿਹੜੀ ਹੈ, ਹੋ ਸਕਦਾ ਆਮ ਲੋਕੀ ਨਹੀਂ ਇਹਨੂੰ ਅੰਡਰਸਟੈਂਡ ਕਰਦੇ, ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਥੀਮ ਜਿਹੜਾ ਹੈਗਾ, ਉਹ ਹੈ ਵੀ ਹਾਊ ਟੂ ਮੇਕ ਸੋਸਾਇਟੀ ਬੈਟਰ, ਹਾਊ ਟੂ ਮੇਕ ਕਲਚਰ ਬੈਟਰ, ਐਂਡ ਹਾਊ ਟੂ ਜਿਹੜੀ ਇੱਥੋਂ ਦੀ, ਕਿਉਂਕਿ ਆਪਣਾ ਥੀਮ ਇਹ ਸੀ ਉਦੋਂ ਅੰਨ ਵਗੈਰਾ ਥੋੜਾ ਸੀ, ਵੀ ਕਿਵੇਂ ਆਪਾਂ ਪ੍ਰੋਡਿਊਸ ਕਰਨਾ, ਕਿਵੇਂ ਲੋਕਾਂ ਦੀ ਜਿਹੜੀ ਬਿਹਤਰੀ ਹੈ ਉਹੀ ਤੁਹਾਡੀ ਬਿਹਤਰੀ ਹੈ। ਤੋਂ ਸਾਨੂੰ ਸਿਖਾਇਆ ਉਹ ਜਾਂਦਾ। ਉਹਦੇ ਵਿੱਚ ਤੁਹਾਡੀਆਂ ਸੋਸ਼ਲ ਜਿਹੜੀਆਂ ਜੇ ਵਰਕਰ ਜਿਹੜੇ ਦਾ ਕੰਮ ਹੈ, ਖੇਡਾਂ ਦਾ ਵੀ ਕੰਮ ਹੈ, ਨੈਟਵਰਕਿੰਗ ਦਾ ਕੰਮ ਹੈ ਜੀ। ਤੁਸੀਂ ਦੇਖੋ ਵੀ 2700 ਬੱਚਾ ਉੱਥੇ ਪੜ੍ਹਦਾ ਹੈ ਤੇ ਉਹਨੂੰ 3500 ਤੇ 4500 ਦਾ ਜਿਹੜਾ ਸਟਾਫ ਹੈ ਉਹ ਸਟਾਫ ਹੈ। ਸੋ ਬਹੁਤ ਹੀ ਵਧੀਆ ਕਲਚਰ ਹੈ ਆਪਣੇ ਆਪ ਨੂੰ ਨਰਚਰ ਕਰਨ ਦਾ। ਤੇ ਤੁਸੀਂ ਘੱਟ ਸੁਣੋਗੇ ਇਹ ਲੋਕਾਂ ਤੋਂ ਕਿ ਕਈ ਨਹੀਂ ਡੀਪਲੀ ਬੰਦੇ ਕੋਈ ਆਮ ਤੌਰ ਤੇ ਸੋਚਦੇ ਨਹੀਂ, ਲੱਗਦਾ ਅਸੀਂ ਗਏ ਜੀ ਉੱਥੇ ਡਿਗਰੀ ਕਰਤੀ, ਪਰ ਉਹਦੀਆਂ ਜਿਹੜੀਆਂ ਗੱਲਾਂ ਨੇ ਉਹ ਜਦੋਂ ਮੈਂ ਸਾਰਾ ਕੁਝ ਉੱਥੇ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ, 7 ਮਹੀਨੇ ਜੌਬ ਕੀਤੀ, ਤਾਂ ਉੱਥੇ ਤਕਰੀਬਨ ਇਹ ਹੈ ਵੀ ਤੁਹਾਨੂੰ ਇਹ ਹਾਲਾਤ ਆ ਗਏ ਵੀ ਇਹਨੂੰ ਸਰਦਾਰ ਨੂੰ ਉੱਥੇ ਭੇਜੋ ਜਿੱਥੇ ਉਹਨੂੰ ਪਾਣੀ ਨਾ ਮਿਲੇ ਬਾਥ ਧੋਣ ਵਾਸਤੇ। ਅੱਛਾ। ਰਾਜਸਥਾਨ ਦੇ ਵਿੱਚ ਬੜੀ ਆਈ ਹੈਡ ਅ ਵੈਰੀ ਗੁੱਡ ਜੌਬ ਐਂਡ ਐਵਰੀਥਿੰਗ ਐਲਸ। ਤੇ ਮੈਂ ਫਿਰ ਸੋਚਿਆ, ਫਿਰ ਇੱਥੋਂ ਤੱਕ ਕਿ ਜਿਹੜੇ ਮਿਨਿਸਟਰ ਹੈ ਉਹ ਵਰਬਲ ਆਰਡਰ ਭੇਜਦੇ ਆਪਣੇ ਡਾਇਰੈਕਟਰ ਨੂੰ ਵੀ ਇਹਨੂੰ ਇਸ ਤਰ੍ਹਾਂ ਕਰੋ, ਇਹਨੂੰ ਐ ਕਰੋ, ਇਹਨੂੰ ਤੰਗ ਕਰੋ। ਮੈਂ ਆ ਕੇ ਇਹ ਬੜੇ ਧਿਆਨ ਨਾਲ ਸੋਚਿਆ ਕਿ ਇੱਥੋਂ ਤੱਕ ਕਿ ਮਾਰਨ ਤੱਕ ਵੀ ਲੋਕੀ ਉੱਥੇ ਜਾਂਦੇ ਨੇ ਕਿ ਜਦੋਂ ਤੁਸੀਂ ਕਿਸੇ ਦੀ ਰੋਜ਼ੀ ਰੋਟੀ, ਉਹਨਾਂ ਦੀ ਰੋਜ਼ੀ ਰੋਟੀ ਕਰਪਸ਼ਨ ਹੈ। ਜਦੋਂ ਮੈਂ ਉਹਨੂੰ ਸਟਾਪ ਕਰਦਾ, ਮੈਂ ਅਫਸਰ ਹੈ, ਮੌਕੇ ਦਾ ਅਫਸਰ ਹੈ, ਮੈਂ ਜਦੋਂ ਉਹਨੂੰ ਹਰ ਮਹੀਨੇ ਜਿਹੜਾ ਬੰਦਾ 20, 25, 50,000 ਰੁਪਏ ਬਣਾਉਂਦਾ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਅੱਜ ਤੋਂ 40 ਸਾਲ ਪਹਿਲਾਂ, 41 ਸਾਲ ਪਹਿਲਾਂ ਮੈਂ ਉਹਨੂੰ ਬੰਦ ਕਰ ਰਿਹਾ, ਉਹਨੇ ਤਾਂ ਫਿਰ ਮੇਰੇ ਗਲ ਘੁੱਟਣੇ। ਬਿਲਕੁਲ ਬਿਲਕੁਲ, ਕਿਉਂਕਿ ਉਹਨਾਂ ਦਾ ਤੋਰੀ ਫੁਲਕਾ ਬੰਦ ਹੋ ਰਿਹਾ। ਕੱਟ ਲੌਂਗ ਸਟੋਰੀ ਸ਼ੋਰਟ, ਉਹਨੂੰ ਕਰਕੇ ਜੀ ਮੈਂ ਇੱਥੇ ਆਇਆ ਤੇ ਇੱਥੇ ਆ ਕੇ ਮੈਂ ਫਾਰਮ ਦੇ ਵਿੱਚ ਵੀ ਕੰਮ ਕੀਤਾ। ਮੈਂ ਫਾਰਮ ਦੇ ਵਿੱਚ ਕੰਮ ਕਰਨਾ ਬਹੁਤ ਵਧੀਆ ਸਮਝਿਆ ਕਿਉਂਕਿ ਅਸੀਂ ਪਿੰਡਾਂ ਵਾਲੇ ਬੰਦੇ ਆ, ਅਸੀਂ ਜਿਹੜੀ ਡਿਗਨਿਟੀ ਆਫ ਲੇਬਰ ਹੈ ਉਹਨੂੰ ਅੰਡਰਸਟੈਂਡ ਕਰਦੇ ਹਾਂ। ਤੇ ਮੈਨੂੰ ਕੋਈ ਇਸ ਤਰ੍ਹਾਂ ਨਹੀਂ ਲੱਗਿਆ ਵੀ ਫਿਰ ਉਸ ਤੋਂ ਬਾਅਦ ਮੈਂ ਟੈਕਸੀ ਚਲਾਈ 1.5-2 ਸਾਲ ਆਪਣੇ ਨੂੰ ਫਾਈਨੈਂਸ਼ੀਅਲੀ ਵਾਇਬਲ ਕਰਨ ਵਾਸਤੇ। ਫਿਰ ਉਸ ਤੋਂ ਬਾਅਦ ਸਕੂਲ ਗਏ ਜੀ, ਫਿਰ ਮੈਂ ਆਪਟੀਸ਼ਨ ਦਾ ਕੋਰਸ ਕੀਤਾ। ਫਿਰ ਮੈਂ 83 ਦੇ ਵਿੱਚ ਆਪਟੀਸ਼ਨ ਦੀ ਆਪਣਾ ਜਿਹੜਾ ਬਿਜ਼ਨਸ ਸਟਾਰਟ ਕੀਤਾ। ਆਪਟੀਕਲ ਸਟੋਰ ਬਹੁਤ ਘੱਟ ਹੁੰਦੇ ਸੀ ਉਦੋਂ ਆਪਣੇ ਲੋਕਾਂ ਦੇ ਜੀ, ਤੇ ਉਹ ਮੈਂ 23 ਸਾਲ ਉਹ ਕੰਮ ਕੀਤਾ। ਉਸ ਕੰਮ ਦੇ ਵਿੱਚ 5 ਸਾਲ ਦੇ ਮੈਂ ਹੁੰਦਾ ਵੀ ਨਾਰਮਲ ਜਦੋਂ ਨਵਾਂ ਆਉਂਦਾ ਬੰਦਾ ਮਿਹਨਤ ਕਰਦਾ, ਮੁਸ਼ੱਕਤ ਕਰਦਾ, ਥੋੜੀ ਜਿਹੀ ਕਾਮਯਾਬੀ ਮਿਲਦੀ ਹੈ। ਫਿਰ ਮੇਰੇ ਮਨ ਦੇ 'ਚ ਇਹ ਹੈ ਵੀ ਜਿਹੜੀਆਂ ਮੈਂ ਸਾਰੀਆਂ ਗੱਲਾਂ ਉੱਥੋਂ ਕਦਰਾਂ ਕੀਮਤਾਂ ਇੱਕ ਸਿੱਖੀਆਂ ਆਪਣੇ ਲੋਕਾਂ ਤੋਂ, ਆਪਣੀ ਧਰਤੀ ਤੋਂ, ਆਪਣੇ ਸਿਸਟਮ ਤੋਂ, ਉਹ ਮੈਂ ਜਾ ਕੇ ਇੱਕ ਓਪਰੇ ਬੰਦਿਆਂ ਵਿੱਚ, ਓਪਰੀ ਧਰਤੀ ਵਿੱਚ, ਓਪਰੀ ਬੋਲੀ ਵਿੱਚ ਜਦੋਂ ਅਪਲਾਈ ਕੀਤਾ ਤਾਂ ਮੈਨੂੰ ਉਹ ਸਕਸੈਸ ਮਿਲ ਰਹੀ ਹੈ ਨਾ। ਭਾਵੇਂ ਮੈਂ ਟੈਕਸੀ ਚਲਾਈ ਹੈ, ਭਾਵੇਂ ਮੈਂ ਫਾਰਮ ਕੰਮ ਕੀਤਾ, ਮਤਲਬ ਜੀ ਇਹ ਮੁਲਕ ਦੀ ਇੱਕ ਖਾਸੀਅਤ ਹੈ ਕਿ ਇਹਨੇ ਜਿੰਨੀ ਮਰਜ਼ੀ ਤਰੱਕੀ ਕਰ ਲਈ ਹੈ ਟੈਕਨੋਲੋਜੀ ਵਾਈਜ਼, ਕਿਰਤ ਦਾ ਤੇ ਰਿਵਾਰਡ ਦਾ ਰਿਲੇਸ਼ਨ ਨਹੀਂ ਟੁੱਟਣ ਦਿੱਤਾ। ਵਾਹ, ਸਹੀ ਹੈ, ਠੀਕ ਹੈ, ਬਿਲਕੁਲ। ਉਹ ਸਾਡੀ ਆਪਣੀ ਸਿੱਖੀ ਦੀ ਫਿਲਾਸਫੀ, ਗੁਰੂ ਨਾਨਕ ਦੀ ਫਿਲਾਸਫੀ ਦੇ ਨਾਲ ਬਹੁਤ ਮੇਲ ਖਾਂਦੀ ਹੈ ਜੀ। ਸੋ ਆਈ ਫੈਲਟ ਦੈਟ ਵੈਰੀ ਸਟਰੋਂਗਲੀ ਵੀ ਦਿਸ ਇਜ਼ ਮਾਈ ਪਲੇਸ। ਸੋ ਇਸ ਕਰਕੇ ਫਿਰ ਆਊਟ ਆਫ ਗ੍ਰੈਟੀਟਿਊਡ ਜੀ,
ਜਦੋਂ ਮੇਰਾ ਕੰਮ ਹੈ ਮੈਨੂੰ ਬਹੁਤ ਵਧੀਆ ਲਾਈਫ ਦੇ ਰਿਹਾ ਤੇ ਮੈਂ ਉਦੋਂ ਬਾਅਦ ਫਿਰ ਆਊਟ ਆਫ ਗ੍ਰੈਟੀਟਿਊਡ ਯੂ ਸਟਾਰਟ thinking I'm not a property of my own family I'm a property of the society ਵਾਹ ਬਹੁਤ ਅੱਛਾ ਉੱਥੋਂ ਫਿਰ ਤੁਹਾਡੀਆਂ ਜਿਹੜੀਆਂ ਸੇਵਾਵਾਂ ਦੂਜੀਆਂ ਸਟਾਰਟ ਹੁੰਦੀਆਂ ਤੁਸੀਂ ਕਿਸੇ ਦੀ ਹੈਲਪ ਕਰਨੀ ਹੈ ਬੱਚਿਆਂ ਦੀ ਬੜੇ ਅਨਐਜੂਕੇਟਡ ਬੰਦੇ ਜਾਂ ਅਨਸੋਫਿਸਟੀਕੇਟਡ ਬੰਦੇ ਜਿਹੜੇ ਇਸ ਨੂੰ ਨਹੀਂ ਸਮਝਦੇ ਉਹਨਾਂ ਦੇ ਨਾਲ ਹੌਲੀ ਹੌਲੀ ਮੈਂ ਉੱਥੇ ਜਦੋਂ 5 ਸਾਲ ਬਹੁਤ ਕੰਮ ਕੀਤਾ ਆਪਣੀ ਜਿਹੜਾ ਆਪਣਾ ਕੰਮ ਉਸ ਤੋਂ ਬਾਅਦ ਮੈਂ ਜ਼ਿਆਦਾ ਜਿਹੜਾ ਕੰਮ ਹੈ ਲੋਕਾਂ ਦੇ ਨਾਲ ਇੱਧਰ ਉੱਧਰ ਆਪਣੀ ਇੱਥੋਂ ਦੀਆਂ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰਨਾ ਇੱਥੋਂ ਦੀਆਂ ਜਿਹੜੀਆਂ ਸਰਵਿਸਿਜ਼ ਆਰਗੇਨਾਈਜੇਸ਼ਨ ਉਹਨਾਂ 'ਚ ਪਾਰਟਿਸਿਪੇਟ ਕਰਨਾ ਲਾਇਨਸ ਕਲੱਬ ਰੋਟਰੀ ਕਲੱਬ ਯੂਨਾਈਟਿਡ ਵੇ ਇਹੋ ਜਿਹੀਆਂ ਜਿਹੜੇ ਇੱਥੋਂ ਦੀਆਂ ਬ੍ਰੇਕਫਾਸਟ ਕਲੱਬ ਜਿਹੜੇ ਕਿ ਯੂ ਅੰਡਰਸਟੈਂਡ ਜਿਹੜੀ pulse of the society ਵੀ ਮੈਂ ਰਹਿਣਾ everything is not hunky dory you know everything is not great for everybody there is always going to be misfortune ਯਾਨੀ ਜਿਹੜੇ unfortunate ਬੰਦੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਕਿਵੇਂ ਚੱਲਣਾ ਜੀ out of gratitude so ਉਹਦੇ ਨਾਲ ਹੈਲਪ ਕਰਨ ਲੱਗ ਗਿਆ then after that I also felt very ਵੀ ਜਿਹੜੀ ਪੋਲੀਟੀਕਲ ਜਿਹੜੀ ਤੁਹਾਡੀਆਂ ਸਿਵਿਕ ਡਿਊਟੀਆਂ ਨੇ ਜੀ ਆਪਣੀ ਵੋਟ ਨੂੰ ਚੰਗੀ ਤਰ੍ਹਾਂ ਕਰਨਾ ਆਪਣਾ ਓਪੀਨੀਅਨ ਜਿਹੜਾ ਲੋਕਾਂ ਨੂੰ ਜ਼ਰੂਰ ਦੱਸਣਾ ਤੇ ਉਹਦੇ ਨਾਲ ਫਿਰ ਤੁਹਾਡੀ ਪੋਲੀਟੀਕਲ ਇਨਵੋਲਵਮੈਂਟ ਹੋ ਜਾਂਦੀ ਹੈ ਪੋਲੀਟੀਕਲ ਇਨਵੋਲਵਮੈਂਟ ਤੋਂ ਬਾਅਦ ਫਿਰ ਤੁਸੀਂ I also ran as a member of parliament also in 2000 and then ਉਹ ਤੋਂ ਬਾਅਦ ਜਦੋਂ ਮੈਂ ਦੇਖਿਆ ਵੀ ਮੇਰੀ 51-50 ਸਾਲ ਦੀ ਉਮਰ ਹੋਈ this business is holding me back I can give a lot more and I can expand a little bit more so ਮੈਂ ਆਪਣਾ ਬਿਜ਼ਨਸ 23 ਸਾਲ ਬਾਅਦ ਆਪਣਾ ਵੇਚ ਕੇ ਉਹ ਮੇਰਾ ਬਿਜ਼ਨਸ ਹਲੇ ਵੀ ਹੈਗਾ ਉੱਥੇ ਉਹ ਤੇ ਮੈਂ ਉਹ ਬਿਜ਼ਨਸ ਵੇਚ ਕੇ then I started working in industrial commercial real estate with the largest company in the world Cushman and Wakefield ਨਾ ਉਹ privately owned largest company in the world ਸੀ ਅੱਛਾ ਉਹਦੇ ਵਿੱਚ ਵੀ ਮੇਰਾ ਜਾਣ ਦਾ ਇਹ ਕਾਰਨ ਸੀ ਕਿ ਇੰਡਸਟਰੀਅਲ ਕਮਰਸ਼ੀਅਲ ਜਿਹੜਾ ਉਹ ਆਫਿਸ ਸੀਗਾ ਸਾਡਾ ਪੀਲ ਦਾ ਉਹਨਾਂ ਦਾ ਮਿਸਿਸਾਗਾ ਦਾ that was the busiest office the best office in North America ਤੇ ਪਰ ਉੱਥੇ ਆਪਣਾ ਬੰਦਾ ਕੋਈ ਹੈ ਨਹੀਂ ਸੀਗਾ ਕੋਈ ਸੇਲ ਪਰਸਨ ਕੋਈ ਨਹੀਂ ਸੀ ਅੱਛਾ ਐਂਡ ਉੱਥੋਂ ਦਾ CEO ਇੱਕ ਉਹਨਾਂ ਦਾ VPC ਸੀਨੀਅਰ ਉਹ ਮੈਨੂੰ ਕਿਤੇ ਮੇਰੇ ਨੈਟਵਰਕ ਤੋਂ ਜਾਣਦਾ ਸੀ ਜੀ ਮੈਂ ਉਹਨੂੰ ਇਹ ਸਵਾਲ ਪੁੱਛਿਆ ਵੀ ਸਾਡਾ ਉੱਥੇ ਕਿਉਂ ਨਹੀਂ ਬੰਦਾ ਤੇ ਮੈਨੂੰ ਉਹਦੇ ਜਦੋਂ ਉਹਦਾ ਜਿਹੜਾ ਉਹਨੇ ਦਿੱਤਾ ਜਵਾਬ ਤੇ ਉਹਦੇ ਬਾਅਦ ਮੈਂ ਕਿਹਾ ਚਲੋ ਮੈਂ ਇੱਥੇ ਜਾਂਦਾ ਮੈਂ ਉੱਥੇ ਰੀਅਲ ਸਟੇਟ ਦਾ ਕੋਰਸ ਕਰਕੇ ਮੈਂ ਉੱਥੇ ਉਹਨਾਂ ਨਾਲ ਲਾ ਕੇ ਕੰਮ ਕਰਨ ਮੈਂ ਕੰਮ ਉੱਥੇ ਇੰਨਾ ਜ਼ਿਆਦਾ ਨਹੀਂ ਕੀਤਾ ਪਰ ਮੈਂ ਰੀਅਲ ਸਟੇਟ ਕਮਰਸ਼ੀਅਲ ਇੰਡਸਟਰੀਅਲ ਇਨਵੈਸਟਮੈਂਟ ਫਾਈਨੈਂਸ ਉਸ ਚੀਜ਼ ਦਾ ਮੇਰਾ ਇੰਟਰਸਟ ਹੋ ਗਿਆ ਬਹੁਤ ਜ਼ਿਆਦਾ ਅੱਛਾ ਫਿਰ ਮੈਂ ਉੱਥੇ ਉਹਨਾਂ ਨੂੰ ਦੱਸਿਆ ਵੀ ਸਾਡੇ ਬੱਚਿਆਂ ਨੂੰ ਤੁਸੀਂ ਕਿਵੇਂ ਹਾਇਰ ਕਰਨਾ ਕਿਉਂਕਿ ਸਾਡਾ ਇਹ ਹੁੰਦਾ ਵੀ ਸਿੱਧਾ ਹੀ ਆ ਕੇ ਤੁਸੀਂ ਨਾ ਜਿਹੜੀ ਘਰ ਦਿਖਾਉਣ ਲੱਗੇ ਜਾਂ ਲੈਂਡ ਵੇਚਣ ਲੱਗੇ ਜਾਂ ਇਹ ਸਾਡੇ ਪਰ ਜਿਹੜੇ ਇਹ ਜਿਹੀਆਂ ਕੰਪਨੀਆਂ ਨੇ ਕੋਲੀਅਰ ਹੋ ਗਈ ਕੁਸ਼ਮਨ ਵੇਕਫੀਲਡ ਹੋ ਗਈ CBRE ਉਹ ਕੀ ਕਰਦੇ ਆ ਪਹਿਲਾਂ ਨਾ ਐਜ਼ ਏ ਰਿਸਰਚ ਐਨਾਲਿਸਟ ਬੱਚੇ ਆਉਂਦੇ ਨੇ ਜਦੋਂ ਉਹ ਯੂਨੀਵਰਸਿਟੀ ਪੜ੍ਹਦੇ ਨੇ ਜੀ ਉਹਨਾਂ ਨੂੰ ਫਿਰ ਜਾਣੀ ਉਹ ਸਾਰੀਆਂ ਸਕਿੱਲ ਸਿੱਖਦੇ ਨੇ ਜਿਹੜਾ ਇੱਕ ਸੀਨੀਅਰ ਬੰਦਾ ਹੈਗਾ ਉਹਦੇ ਨਾਲ ਉਹ 4-5 ਸਾਲ ਕੰਮ ਵੀ ਕਰਦੇ ਨੇ ਫਿਰ ਜਦੋਂ ਉਹ ਆਪਣਾ ਕੰਮ ਸ਼ੁਰੂ ਕਰਦੇ ਨੇ ਫਿਰ ਤੇ ਇਸ ਕਰਕੇ ਮੈਂ ਉੱਥੇ ਉਹਨਾਂ ਨੂੰ ਇਹ ਦੱਸਿਆ ਕਿ ਤੁਸੀਂ ਜਿਹੜਾ ਮੈਚੁਰ ਬੰਦਾ ਨਾ ਹਾਇਰ ਕਰੋ ਜਿਹੜੇ ਬੱਚੇ ਛੋਟੇ ਨੇ ਜਿਹੜੇ ਕਾਲਜ ਪੜ੍ਹਦੇ ਨੂੰ ਹਾਇਰ ਕਰੋ ਫਿਰ ਉਹਨਾਂ ਨੇ ਬੱਚੇ ਉਹ ਹਾਇਰ ਕਰਨ ਲੱਗੇ ਤੇ ਐਨੀਵੇ ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਇਹੋ ਜਿਹੇ ਕੰਮ ਕਰਦਾ ਹੋਰ ਜਿਹੜਾ ਦੁਨੀਆਦਾਰੀ ਦੇ ਨਾਲ ਆਪਣਾ ਕੋਈ ਸੇਵਾਵਾਂ ਕਰਦਾ ਮੇਰੀ ਜਿਹੜੇ ਕੰਮ ਦਾ ਸੀਗਾ ਉਹ ਬੋਲਬਾਲਾ ਜਿਹੜੀ ਇੱਥੋਂ ਦੀ ਸਰਕਾਰ ਸੀ ਉਹਦੇ ਵਿੱਚ ਵੀ ਸੀਗਾ ਜੀ ਤੇ ਉਹਨਾਂ ਦੇ ਕੰਨੀ ਇਹ ਹੁੰਦਾ ਵੀ ਹਾਂ ਵੀ ਇਹੋ ਜਿਹਾ ਬੰਦਾ ਜਿਹੜਾ ਹੈਗਾ ਜਿਹਦੀ ਇਹੋ ਜਿਹੀ ਲਾਈਫ ਹੈ ਇਹੋ ਜਿਹਾ ਹੌਸਲਾ ਹੈ ਇਹੋ ਜਿਹੀ ਉਹਦੀ ਸ਼ਿੱਦਤ ਹੈ ਵਧੀਆ ਤਰੀਕੇ ਦੇ ਨਾਲ ਓਨੈਸਟੀ ਦੇ ਨਾਲ ਹਾਰਡ ਵਰਕ ਦੇ ਨਾਲ ਜਿਹੜਾ ਬੰਦਾ ਇਸ ਲੈਵਲ ਦੇ ਉੱਤੇ ਪਹੁੰਚਦਾ ਇਸ ਤਰ੍ਹਾਂ ਉਹਦੀ ਜਿਹੜਾ ਸੇਵਾਵਾਂ ਕਰਨ ਦਾ ਉਹਦਾ ਮੋਡ ਹੈ ਉਹੋ ਜਿਹੇ ਬੰਦੇ ਨੂੰ ਅਸੀਂ ਜੱਜ ਲਾਉਣਾ ਚਾਹੀਦਾ ਤਾਂ ਕਿ ਜਿਹੜਾ ਜਦੋਂ ਨਵਾਂ ਸ਼ਹਿਰੀ ਆ ਕੇ ਸਹੁੰ ਚੁੱਕਦਾ ਉਹਦੀ ਕਹਾਣੀ ਸੁਣ ਕੇ ਉਹ ਇਹ ਸੋਚੇ ਵੀ ਮੈਂ ਵੀ ਇਹ ਜਿਹਾ ਕੈਨੇਡੀਅਨ ਬਣਨਾ ਤੇ ਮੈਂ ਵੀ ਜੇ ਅੱਜ ਟੈਕਸੀ ਚਲਾਉਣਾ ਜਾਂ ਅੱਜ ਮੈਂ ਫਾਰਮ ਕੰਮ ਕਰਦਾ ਜੇ ਮੈਂ ਬਿਲਕੁਲ ਜਿਹੜਾ ਇੱਥੋਂ ਦਾ ਸਾਡੀ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖ ਕੇ ਤੁਸੀਂ ਜਦੋਂ ਆਪਦਾ ਮਿਹਨਤ ਕਰਦੇ ਹੋ ਸਭ ਕੁਝ ਕਰਦੇ ਹੋ ਤਾਂ ਤੁਸੀਂ ਜੱਜ ਵੀ ਬਣ ਸਕਦੇ ਹੋ ਤੇ ਫਿਰ ਮੈਂ ਇੱਕ ਵਾਰੀ ਕਹਿਣਾ ਹੁੰਦਾ ਆਪਣੇ ਦੇਖੋ ਤਰੱਕੀ ਵਾਈਜ਼ ਆਪਣੇ ਬਹੁਤ ਬੰਦੇ ਨੇ ਕੀਤਾ ਹੈ ਨਾ ਆਪਾਂ ਸਭ ਕੁਝ ਕੀਤਾ ਹੈ ਮੈਂ ਇੱਕ ਤੁਹਾਨੂੰ 2-4 ਲਾਈਨਾਂ ਦੇ ਵਿੱਚ ਕਹਿ ਦਿੰਦਾ ਨਿਕਲੇ ਸੀ ਘਰੋਂ ਇਹ ਬਣ ਸੰਤਰੀ ਮੈਂ ਐਕਚੁਅਲੀ ਇਹਨੂੰ ਸਟਾਰਟ ਇਸ ਤਰ੍ਹਾਂ ਕਰਦਾ ਪੰਜਾਬੀਆਂ ਨੇ ਹਰ ਥਾਂ ਤੇ ਝੰਡੇ ਗੱਡਤੇ ਤੇ ਸਦੀਆਂ ਦੇ ਰਹਿਣ ਵਾਲੇ ਪਿੱਛੇ ਛੱਡਦੇ ਵਾਹ ਵਾਹ ਇਹਨਾਂ ਦੀਆਂ ਮਿਹਨਤਾਂ ਦੀ ਚੱਲੇ ਚਰਚਾ ਕਰਦੇ ਨੇ ਕੰਮ
ਦੱਬ ਸੋਚ ਖਰਚਾ, 2-3 ਸਾਲਾਂ 'ਚ ਮਕਾਨ ਪੱਟਤੇ, ਪੰਜਾਬੀਆਂ ਨੇ ਹਰ ਥਾਂ ਤੇ ਝੰਡੇ ਕੱਢਤੇ ਤੇ ਸਦੀਆਂ ਦੇ ਰਹਿਣ ਵਾਲੇ ਪਿੱਛੇ ਛੱਡਤੇ। ਕੀ ਬਾਤ। ਨਿਕਲੇ ਸੀ ਘਰੋਂ ਇਹ ਬਣ ਸੰਤਰੀ, ਪਹਿਲਾਂ ਲੋਕੀ ਇੱਥੇ ਸੰਤਰੀ ਬਣ ਕੇ ਬਾਹਰ ਨਿਕਲੇ ਨੇ, ਸਿਕਿਉਰਿਟੀ ਗਾਰਡ। ਨਿਕਲੇ ਸੀ ਘਰੋਂ ਇਹ ਬਣ ਸੰਤਰੀ, ਬਣ ਕੇ ਵਿਧਾਇਕ ਨਾਲੇ ਮੁੱਖ ਮੰਤਰੀ, ਹੁਣ ਜਾਂਦੇ ਨੇ ਅਸੈਂਬਲੀ 'ਚ, ਬੈਠਦੇ ਅਸੈਂਬਲੀ 'ਚ, ਗੱਜਦੇ ਅਸੈਂਬਲੀ 'ਚ ਹਿੱਕ ਕੱਢ ਕੇ, ਪੰਜਾਬੀਆਂ ਨੇ ਹਰ ਥਾਂ ਤੇ ਝੰਡੇ ਕੱਢਦੇ, ਸਦੀਆਂ ਦੇ ਰਹਿਣ ਵਾਲੇ ਪਿੱਛੇ ਛੱਡਦੇ। ਇਹਨਾਂ ਕੋਲੋਂ ਸਿੱਖੋ ਯਾਰੀਆਂ ਨਿਭਾਉਣੀਆਂ। ਬਹੁਤ ਅੱਛਾ। ਜਾਨਾਂ ਤਲੀ ਉੱਤੇ ਕਿਵੇਂ ਨੇ ਟਿਕਾਉਣੀਆਂ। ਕਿਆ। ਇਹਨਾਂ ਕੋਲੋਂ ਸਿੱਖੋ ਖੁਸ਼ੀਆਂ ਮਨਾਉਣੀਆਂ, ਕੰਨਾਂ ਉੱਤੇ ਹੱਥ ਰੱਖ ਹੀਰਾਂ ਗਾਉਣੀਆਂ। ਤਾਈਓ ਹਰਜੀਤ ਅੱਜ ਖੁਸ਼ੀ ਮਹਿਸੂਸ ਕਰੇ, ਪੰਜਾਬੀਆਂ ਦੀ ਗੱਲ ਦੁਨੀਆ ਨੂੰ ਦੱਸ ਕੇ, ਪੰਜਾਬੀਆਂ ਨੇ ਹਰ ਥਾਂ ਤੇ ਝੰਡੇ ਕੱਢਤੇ ਤੇ ਸਦੀਆਂ ਦੇ ਰਹਿਣ ਵਾਲੇ ਪਿੱਛੇ ਛੱਡਦੇ। ਸੋ ਇਸ ਕਰਕੇ ਮੇਰੀ ਪਲੈਨਿੰਗ ਨਹੀਂ ਸੀ ਤੁਹਾਨੂੰ ਗੱਲ ਕਰਨੀ, ਮੈਨੂੰ ਯਾਦ ਆ ਗਿਆ ਕਿ ਇਹਦੇ ਵਿੱਚ ਪਹਿਲਾਂ ਮੇਰਾ ਜੋਸ਼ ਦਾ ਕੰਮ ਆਉਂਦਾ, ਹੋਸ਼ ਦਾ ਕੰਮ ਆਉਂਦਾ ਵੀ ਮੈਂ ਯਾਰ ਆਪਣੀ ਅਪਰਚੁਨਿਟੀ ਲੈਣੀ ਹੈ। ਤੁਸੀਂ ਉੱਥੇ ਆਪਣੇ ਮੁਲਕ ਛੱਡ ਕੇ ਆ ਜਾਂਦੇ ਹੋ ਜੀ। ਉਸ ਤੋਂ ਬਾਅਦ ਤੁਸੀਂ ਜਦੋਂ ਗ੍ਰੈਟੀਟਿਊਡ ਥੋੜਾ ਜਿਹਾ ਹੁੰਦਾ ਵੀ ਮੈਂ ਸਿਆਸਤ ਵਿੱਚ ਹਿੱਸਾ ਲੈਣਾ, ਇਹ ਕਰਨਾ ਉਹ ਕਰਨਾ, ਤੁਸੀਂ ਮੁੱਖ ਮੰਤਰੀ ਬਣ ਜਾਂਦੇ ਹੋ ਹਨਾ, ਇੱਥੇ ਆ ਕੇ ਕਾਮਯਾਬ ਹੋ ਜਾਂਦੇ। ਮੇਰਾ ਉਹਦਾ ਮੈਂ ਕਹਿਣ ਦਾ ਮਤਲਬ ਹੈ ਫਿਰ ਉਸ ਤੋਂ ਬਾਅਦ ਇਹ ਵੀ ਤੁਸੀਂ ਉਹਦੇ ਨਾਲ ਆਪਣੀ ਲਾਈਫ ਨੂੰ ਇੰਜੋਏ ਵੀ ਕਰਦੇ ਹੋ। ਬਿਲਕੁਲ। ਉਹਦੀ ਲਾਈਫ ਨੂੰ ਇੰਜੋਏ ਵੀ ਕਰਦੇ ਹੋ। ਉਹਦੇ ਕੋਈ ਤੁਹਾਨੂੰ ਦੇਸ਼ ਵਾਸਤੇ ਕੁਝ ਕਰਨਾ ਪੈਂਦਾ, ਤੁਸੀਂ ਕਰਦੇ ਵੀ ਹੋ, ਆਪਣੀ ਸੁਸਾਇਟੀ ਵਾਸਤੇ ਤੁਸੀਂ ਕਰਦੇ ਵੀ ਹੋ। ਮੈਂ ਇਹ ਕਹਿੰਦਾ ਹੁੰਦਾ ਵੀ ਆਪਣੇ ਬੱਚਿਆਂ ਵਾਸਤੇ ਤਾਂ ਜਾਨਵਰ ਵੀ ਕਰਦੇ ਨੇ। ਬਿਲਕੁਲ ਨਾ। ਮੇਰੇ ਹੁਣ 2 ਬੱਚੇ ਨੇ, ਉਹਨਾਂ ਦੀ ਏਜ ਐਸੀ ਹੈ, ਉਹਨਾਂ ਦੀ 29-35 ਸਾਲ ਦੀ ਏਜ ਹੈ, ਤਾਂ ਉਹਨਾਂ ਵਾਸਤੇ ਮੈਂ ਸਾਰੀ ਉਮਰ ਕਰੀ ਜਾਣਾ ਉਹ ਵੱਖਰੀ ਗੱਲ ਹੈ। ਉਹ ਤਾਂ ਸਾਰਿਆਂ ਨੇ ਕਰੀ ਜਾਣਾ, ਉਹ ਤਾਂ ਜਾਨਵਰਾਂ ਨੇ ਵੀ ਕਰਨਾ ਜੀ। ਮੈਂ ਅਸਲੀ ਜਿਹੜੀ ਕੈਨੇਡੀਅਨ ਸਪਿਰਿਟ ਜਾਂ ਇਨਸਾਨੀਅਤ ਦੀ ਡਾਇਮੈਂਸ਼ਨ ਉਦੋਂ ਮਹਿਸੂਸ ਕਰੂੰਗਾ ਜੇ ਉਹਨੇ ਚਾਹ ਦੇ ਨਾਲ, ਉਹਨੇ ਫਿਕਰ ਦੇ ਨਾਲ, ਉਹਨੇ ਜੋਸ਼ ਦੇ ਨਾਲ ਮੈਂ ਕਿਸੇ ਹੋਰ ਬੱਚੇ ਦਾ ਉਹਨਾਂ ਰਿਸਕ ਲੈ ਕੇ ਕਿਸੇ ਹੋਰ ਬੱਚੇ ਵਾਸਤੇ ਕੁਝ ਕਰੂੰਗਾ ਜਿਹੜਾ ਮੈਨੂੰ ਮੈਂ ਜਾਣਦਾ ਨਹੀਂ। ਸੋ ਜਿਵੇਂ ਤੁਸੀਂ ਦੇਖੋ, ਮੈਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਜਦੋਂ ਭੂਮਿਕਾ ਦੇ ਵਿੱਚ ਮੈਂ ਦੱਸੀਆਂ ਦਰਸ਼ਕਾਂ ਨੂੰ, ਔਰ ਮੈਨੂੰ ਇਹ ਵੀ ਅੱਜ ਪਤਾ ਲੱਗਿਆ ਕਿ ਇੱਕ ਬਹੁਤ ਚੰਗੇ ਤੁਸੀਂ ਇੱਕ ਕਵੀ ਵੀ ਹੋ, ਔਰ ਜੇ ਇਹ ਵੀ ਕੋਈ ਅਤਕਥਨੀ ਨਹੀਂ ਹੈ ਕਿ ਗੁਣਾਂ ਦੀ ਗੁਥਲੀ ਹੋ ਤੁਸੀਂ, ਹੋਰ ਪਤਾ ਨਹੀਂ ਕੀ ਜਿਹੜਾ ਬਾਹਰ ਆਉਣਾ। ਔਰ ਸਾਡੇ ਕੋਲੇ ਸਮਾਂ ਬੜਾ ਸੀਮਤ ਹੁੰਦਾ, ਔਰ ਮੈਂ ਨਾਲ ਦੀ ਨਾਲ ਥੋੜ੍ਹਾ ਜਿਹਾ ਹੋਰ ਜਾਣਨਾ ਚਾਹਣਾ ਕਿ ਜਦੋਂ ਤੁਸੀਂ ਜੱਜ ਦੀਆਂ ਸੇਵਾਵਾਂ ਨਿਭਾਉਂਦੇ ਸੀ, ਜਾਂ ਤੁਸੀਂ ਸਾਬਕਾ ਜੱਜ ਦੇ ਤੌਰ 'ਤੇ ਹੁਣ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਜੱਜ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਜਦੋਂ ਸਾਡੇ ਭਾਈਚਾਰੇ ਦੇ ਜਾਂ ਕਮਿਊਨਿਟੀ ਦੇ ਲੋਕ ਤੁਹਾਡੇ ਕੋਲੇ ਸਹੁੰ ਚੁੱਕਣ ਦੇ ਲਈ ਆਉਂਦੇ, ਕਿਉਂਕਿ ਸਿਟੀਜ਼ਨਸ਼ਿਪ ਦੇ ਤੌਰ 'ਤੇ ਤੁਸੀਂ ਜੱਜ ਦੀਆਂ ਸੇਵਾਵਾਂ ਨਿਭਾਈਆਂ ਨੇ, ਤਾਂ ਉਦੋਂ ਤੁਸੀਂ ਕੀ ਮਹਿਸੂਸ ਕਰਦੇ ਹੋ ਜਦੋਂ ਕਿਉਂਕਿ ਸਿਟੀਜ਼ਨਸ਼ਿਪ ਲੈਣ ਦੀ ਜਿਹੜੀ ਚਾਹ ਹੁੰਦਾ ਇੱਕ ਵੀ ਅਸੀਂ ਲਈਏ, ਅਸੀਂ ਨਾਗਰਿਕ ਬਣੀਏ, ਪਰ ਸਿਰਫ ਨਾਗਰਿਕ ਨਹੀਂ, ਚੰਗੇ ਨਾਗਰਿਕ ਹੋਣਾ ਇਹ ਬਹੁਤ ਲਾਜ਼ਮੀ ਹੈ। ਔਰ ਤੁਸੀਂ ਕੀ ਮਹਿਸੂਸ ਕਰਦੇ ਸੀ ਜਦੋਂ ਸਹੁੰ ਚੁੱਕਣ ਆਉਂਦੇ ਸੀ ਕਿ ਤੁਸੀਂ ਪਰਸਨਲੀ ਵੀ ਉਹਨਾਂ ਨਾਲ ਕਦੇ ਮੁਲਾਕਾਤ ਕੀਤੀ ਹੈ ਕਿ ਬਈ ਅੱਜ ਸਹੁੰ ਤਾਂ ਤੂੰ ਚੁੱਕ ਲਈ, ਨਾਗਰਿਕ ਤਾਂ ਸਿਟੀਜ਼ਨ ਤਾਂ ਤੂੰ ਬਣ ਗਿਆ, ਪਰ ਇਸ ਤੋਂ ਬਾਅਦ ਦੀਆਂ ਜਿਹੜੀਆਂ ਤੇਰੀਆਂ ਜ਼ਿੰਮੇਵਾਰੀਆਂ ਨੇ, ਤੇਰੀ ਡਿਊਟੀਜ਼ ਹੈ, ਤੇਰੇ ਆਪਣੇ ਤੂੰ ਪ੍ਰਣ ਕੀ ਲੈ ਰਿਹਾ ਕਿ ਵੀ ਤੂੰ ਇਸ ਧਰਤੀ ਨੂੰ ਜਿਹਨੇ ਤੈਨੂੰ, ਇਸ ਕਰਮ ਭੂਮੀ ਨੇ ਜਿਹਨੇ ਤੇਰੀਆਂ ਜਿਹੜੀਆਂ ਪੁਸ਼ਤਾਂ ਨੂੰ ਸੁਧਾਰਤਾ ਹੈ, ਤੇਰਾ ਸਵਰਗ ਬਣਾਤਾ, ਤੇਰਾ ਫਿਊਚਰ ਬਣਾਤਾ, ਤੂੰ ਕੀ ਦੇਣ ਦੇ ਰਿਹਾ ਇਹਨੂੰ। ਹਾਂਜੀ, ਇਹ ਇੱਕ ਬੜਾ ਜਿਹੜਾ ਉਹ ਵਕਤ ਹੁੰਦਾ ਨਾ ਜਦੋਂ ਬੰਦਾ ਸਿਟੀਜ਼ਨਸ਼ਿਪ ਲੈਂਦਾ, ਉਹ ਨਾ ਜਿਵੇਂ ਕੋਈ ਖੇਤੀਬਾੜੀ ਜਿਹੜਾ ਬੰਦਾ ਕਰਦਾ ਜਾਣਦਾ ਵੀ ਜਦੋਂ ਤੁਹਾਡੀ ਰੌਣੀ ਕੀਤੀ ਪਈ ਹੋਵੇ, ਬੱਤ ਹੋਵੇ, ਉਸ ਤੋਂ ਬਾਅਦ ਵਾਹ ਕੇ ਜ਼ਮੀਨ ਤੁਸੀਂ ਬੀਜਣ ਵਾਸਤੇ ਤਿਆਰ ਕੀਤੀ ਹੁੰਦੀ ਹੈ, ਉਸ ਤਰ੍ਹਾਂ ਦਾ ਬੰਦਾ। You are able to accept everything. Emotionally you are open. ਜੀ ਹੈ ਨਾ। ਤੁਹਾਡੇ ਸਾਰੇ ਕੱਲਾ ਜਿਹੜਾ ਮਾਲੀਕੂਲ ਤੁਹਾਡੇ ਅੰਦਰ ਬੋਡੀ 'ਚ ਆ, ਉਹ ਕੱਲਾ ਸੈੱਲ ਹੈ, ਉਹ ਤਿਆਰ ਹੁੰਦਾ ਮੈਨੂੰ ਹੁਣ ਜੋ ਵੀ ਕੋਈ ਮਿਲ ਜਾਵੇ ਅੰਦਰ ਹੰਡਾ ਲੈਣਾ। ਸੋ ਉਹ ਸਮਾਂ ਜਿਹੜਾ ਹੈਗਾ ਬਹੁਤ ਪਾਵਰਫੁਲ ਹੈ ਜੀ। ਕੱਲਾ ਸ਼ਬਦ ਕਿਹਾ ਹੋਇਆ ਤੁਹਾਡਾ ਲੋਕਾਂ ਦੀ ਲਾਈਫ ਚੇਂਜ ਕਰ ਸਕਦਾ ਹੈ। ਐਂਡ ਆਈ ਹੈਵ ਐਕਸਪੀਰੀਅੰਸ ਦੈਟ ਜੀ, ਕਿਉਂਕਿ ਸਾਨੂੰ 2 ਤਰ੍ਹਾਂ ਦੇ ਉੱਥੇ ਲੋਕ ਮਿਲਦੇ ਨੇ। ਇੱਕ ਤਾਂ ਮਿਲਦੇ ਆ ਵੀ ਜਿਹੜੇ ਕਿ ਸਿੱਧਾ ਹੀ ਉਹਨਾਂ ਦਾ ਪ੍ਰੋਸੈਸ ਹੋਇਆ, ਜਿਹੜੀ ਉਹਨਾਂ ਦੀ ਸਿਟੀਜ਼ਨਸ਼ਿਪ ਹੋਈ ਪ੍ਰੋਸੈਸ, ਤੇ 95% ਬੰਦੇ ਉਸ ਤਰ੍ਹਾਂ ਹੁੰਦੇ ਨੇ, ਠੀਕ ਹੈ। ਫਿਰ ਕੁਝ ਬੰਦੇ ਐਸੇ ਹੁੰਦੇ ਨੇ ਜਿਹੜੇ ਕਿ ਬਹੁਤ ਉਹਨਾਂ ਦੇ ਕੇਸਿਸ ਡਿਫਿਕਲਟ ਹੁੰਦੇ ਨੇ, ਉਹਨਾਂ ਦੀ ਟਰੈਵਲਿੰਗ ਹਿਸਟਰੀ ਬਹੁਤ ਜ਼ਿਆਦਾ ਹੁੰਦੀ ਹੈ, ਉਹਨਾਂ ਨੂੰ ਟਰੇਸ ਕਰਨਾ ਹੈ, ਜਾਂ ਕੋਈ ਪਿੱਛੇ ਕੋਈ ਬੰਦਾ ਰਿਪੋਰਟ ਕਰ ਦਿੰਦਾ, ਕਿਸੇ ਨੇ ਪੋਇਜ਼ਨ ਲੈਟਰ ਲਿਖਤਾ, ਕਿਸੇ ਨੇ ਵੀ ਕਿਉਂਕਿ ਆਪਣੇ ਕਲਚਰ ਦੇ ਵਿੱਚ ਬੜਾ ਜੀ, ਕਿਸੇ ਦੀ ਕੁੜੀ ਨਹੀਂ ਮੰਗਾਈ, ਉਹਦੇ ਮੁੰਡੇ ਦੇ ਲੈਟਰ ਲਿਖਤਾ, ਜੇ ਮੁੰਡੇ ਨੇ ਮੰਗਾਇਆ ਤਾਂ ਕੁੜੀ ਲਿਖਤਾ। ਸੋ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜੇ ਉਹਨਾਂ ਦੇ ਫਿਰ ਕੇਸਿਸ ਲੱਗੇ ਨੇ ਤੁਹਾਡੇ। ਉਹ ਜਿਹੜਾ ਕੇਸ ਹੈ ਜੱਜ ਦਾ 80% ਸਮਾਂ, 80-85% ਸਮਾਂ ਜਿਹੜੇ ਉਹ ਕੇਸਿਸ ਦੀ ਹੀਅਰਿੰਗ ਹੁੰਦੀ ਆ ਉਹਦੇ ਲੱਗਦਾ ਹੈ। ਅੱਛਾ, ਉਹਦੇ ਵਿੱਚ ਤੁਸੀਂ ਉਸ ਬੰਦੇ ਨੂੰ ਫਿਰ ਬਹੁਤ ਚੰਗੀ ਤਰ੍ਹਾਂ ਜਾਣਨ ਲੱਗ ਜਾਂਦੇ ਹੋ। ਜਾਣਨ ਮਤਲਬ ਉਹਦੀ ਸਾਰੀ ਹਿਸਟਰੀ ਪਤਾ ਲੱਗ ਜਾਂਦੀ ਹੈ। ਸੋ ਇਸ ਤਰ੍ਹਾਂ ਕਰਕੇ 2 ਤਰ੍ਹਾਂ ਦੇ ਬੰਦੇ ਹੁੰਦੇ, ਉਹਦੇ ਵਿੱਚ ਤੁਹਾਨੂੰ ਜਿਹੜੀ ਕਮਿਊਨੀਕੇਸ਼ਨ ਕਰਨ ਦਾ ਬਹੁਤ ਚਾਂਸ ਮਿਲਦਾ ਹੈ।
ਤਾਂ 3 ਘੰਟੇ ਦੀ ਹੀਰਿੰਗ ਹੋ ਸਕਦੀ ਹੈ, 2 ਘੰਟੇ ਦੀ ਹੋ ਸਕਦੀ ਹੈ। ਉਹਦੇ ਵਿੱਚ ਤੁਸੀਂ ਉਹਦੀ ਸਾਰੀ ਸਟੋਰੀ ਤੇ ਪਤਾ, ਤੁਸੀਂ ਉਹਨੂੰ ਸਾਰਾ ਗਾਈਡ ਕਰ ਰਹੇ ਹੋ ਕੀ ਕਰਨਾ ਹੈ ਕੀ ਨਹੀਂ। ਉਹਦੀ ਜਿੰਨੀ ਕੋਈ ਕੋਈ ਡਾਕੂਮੈਂਟੇਸ਼ਨ ਦੀ ਲੋੜ ਹੁੰਦੀ ਹੈ ਅਸੀਂ ਉਹਨੂੰ ਕਹਿੰਦੇ ਲਿਆਓ, ਉਹ ਮੁੜ ਕੇ ਲੈ ਕੇ ਆਉਂਦਾ ਹੈ, ਫਿਰ ਹੁੰਦਾ। ਸੋ ਇਸ ਕਰਕੇ ਇੱਕ ਨੂੰ ਤਾਂ ਅਸੀਂ ਬਹੁਤ ਜਿਹੜੇ ਕੁਝ ਬੰਦੇ ਵਿੱਚ ਜਿਹੜੇ ਬੈਠੇ ਹੁੰਦੇ ਨੇ ਉਹਨਾਂ ਚੋਂ ਅਸੀਂ ਬਹੁਤ ਜਾਣਦੇ ਹਾਂ, ਕਈ ਨੂੰ ਬਿਲਕੁਲ ਨਹੀਂ ਜਾਣਦੇ। ਉੱਥੇ ਜਿਹੜਾ ਕੱਲਾ ਬੰਦਾ ਹੁੰਦਾ ਆਮ ਲੋਕ ਆ ਕੇ ਜੱਜ ਦੇ ਨਾਲ ਫੋਟੋ ਖਿਚਾਉਂਦਾ ਹੈ ਜੀ। ਸੋ ਮੇਰੀ ਇਹ ਵੀ ਮੈਂ ਬਾਡੀ ਲੈਂਗੁਏਜ ਨੂੰ ਬਹੁਤ ਮਹੱਤਤਾ ਦਿੰਦਾ ਤੇ ਜਦੋਂ ਤੁਸੀਂ ਕਮਿਊਨੀਕੇਸ਼ਨ ਬਹੁਤ ਜ਼ਿਆਦਾ ਤੁਹਾਡੇ ਅੰਦਰ ਹੋਵੇ ਤਾਂ ਤੁਸੀਂ ਜ਼ਿਆਦਾ ਜਿਹੜੀ ਉਦੋਂ ਕਮਿਊਨੀਕੇਸ਼ਨ ਜਿਹੜੀ ਤੁਹਾਡੀ ਅੱਖਾਂ ਰਾਹੀਂ ਜਾਂ ਤੁਹਾਡੀ ਬਾਡੀ ਰਾਹੀਂ ਹੁੰਦੀ ਹੈ। ਸੋ ਐਕਚੁਅਲੀ ਆਈ ਵਾਸ ਏਬਲ ਟੂ ਸੀ ਇਨ ਦੋਜ਼ ਡੇਜ਼ ਜਿਹੜਾ ਡ੍ਰੀਮ ਕਿਸੇ ਦੀ ਅੱਖ ਦੇ ਵਿੱਚ ਤੇ ਉਹਦੇ ਪਿੱਛੇ ਜਿਹੜਾ ਪੇਨ ਹੈ ਜਿਹੜਾ 15 ਸਾਲ ਬੰਦਾ ਕੋਈ ਕਿੱਥੋਂ ਆਇਆ ਹੋਊਗਾ, ਕੋਈ ਟਰੱਕਾਂ ਦੇ ਵਿੱਚ ਰਲ ਕੇ, ਕੋਈ ਕਿੱਥੋਂ, ਕੋਈ ਵਿਚਾਰਾ ਕਿਸੇ ਤਰੀਕੇ ਦੇ ਨਾਲ ਕੋਈ ਕਿਵੇਂ ਜੀ ਉਹ ਜਿਹੜਾ ਹੈ ਐਂਡ ਦੈਨ ਯੂ ਕੈਨ ਐਕਚੁਅਲੀ ਫੀਲ ਜਦੋਂ ਉਹਨਾਂ ਨਾਲ ਤੁਸੀਂ ਹੱਥ ਮਿਲਾਉਂਦੇ ਹੋ ਇਹ ਬੰਦਾ ਕਿੰਨਾ ਐਪਰੀਸ਼ੀਏਟ ਹੈ ਨਾ। ਸੋ ਉਦੋਂ ਫਿਰ ਜਦੋਂ ਤੁਸੀਂ ਉਹਨਾਂ ਨੂੰ ਐਗਜ਼ਾਮਪਲਾਂ ਦਿੰਦੇ ਆ ਕਿਵੇਂ ਆ ਤੇ ਉਹ ਜਿਹੜੀਆਂ ਬੜੀਆਂ ਪਾਵਰਫੁਲ ਹੁੰਦੀਆਂ। ਜਿਹੜਾ ਹੋਰ ਜੱਜ ਦਾ ਇਕੱਲਾ ਦੇਖੋ ਜੱਜ ਦਾ ਜਿਹੜਾ ਰੋਲ ਹੈ ਨਾ ਦੈਨ ਪੀਪਲ ਨੀਡ ਟੂ ਅੰਡਰਸਟੈਂਡ ਜੱਜ ਦਾ ਇਹ ਰੋਲ ਨਹੀਂ ਹੈ ਵੀ ਮੈਂ 8 ਵਜੇ ਤੋਂ ਲੈ ਕੇ 3 ਵਜੇ ਤੱਕ ਮੇਰਾ ਕੰਮ ਹੈ ਤੇ ਉਦੋਂ ਜੱਜ ਆ ਤੇ ਬਾਅਦ ਵਿੱਚ ਮੈਂ ਜੱਜ ਨਹੀਂ ਹੈ। ਤੁਸੀਂ ਜੇ ਰਾਤ ਨੂੰ ਮੈਂ 11 ਵਜੇ ਹਸਪੀਟਲ ਵੀ ਕਿਸੇ ਆਪਣੇ ਮਦਰ ਨੂੰ ਜਾਂ ਕਿਸੇ ਨੂੰ ਲੈ ਕੇ ਜਾਣਾ ਮੈਂ ਉਦੋਂ ਵੀ ਜੱਜ ਹਾਂ। ਬਿਲਕੁਲ ਠੀਕ ਹੈ। ਸੋ ਇਹ ਜਿਹੜੀ ਰਿਸਪੌਂਸਿਬਿਲਿਟੀ ਹੈ ਇਹ ਜਿਹੜੇ ਹੁਣ ਵੀ ਬੰਦੇ ਨੇ MP ਲਾ ਲਓ MLA ਲਾ ਲਓ, ਜਦੋਂ ਤੁਸੀਂ ਐਸੀ ਤੁਹਾਡੀ ਰਿਸਪੌਂਸਿਬਿਲਿਟੀ ਹੈ ਜਿਹੜੀ ਕਿ ਪਬਲਿਕ ਹੈ ਜਿਹੜਾ ਸਿਸਟਮ ਹੈ ਉਹਨੇ ਤੁਹਾਨੂੰ ਪਾਵਰ ਦਿੱਤੀ ਹੋਈ ਹੈ ਦੈਨ ਯੂ ਨੀਡ ਟੂ ਅੰਡਰਸਟੈਂਡ ਓਬਲੀਗੇਟਡ ਕਿ ਹਾਊ ਜਿਹੜਾ ਕੱਲਾ ਸੈਂਟ ਹੈ ਤੁਹਾਡੇ ਪੇ ਚੈੱਕ ਦੇ ਉੱਤੇ ਉਹ ਲੋਕਾਂ ਦਾ ਪੈਸਾ ਹੈ ਨਾ। ਕੋਈ ਬੇਸਮੈਂਟ ਬਣਾ ਰਿਹਾ ਹੈ, ਕੋਈ ਬੰਦਾ ਪੀਜ਼ਾ ਡਿਲੀਵਰ ਕਰ ਰਿਹਾ ਹੈ, ਕੋਈ ਕਿਵੇਂ ਕਰ ਰਿਹਾ ਹੈ ਤੇ ਉਹਦਾ ਜਿਹੜਾ ਓਬਲੀਗੇਸ਼ਨ ਹੈ ਉਹ ਤੁਸੀਂ ਅੰਡਰਸਟੈਂਡ ਕਰਦਾ। ਜਿਹੜਾ ਬੰਦਾ ਉਹ ਆਪਣੀ ਜੌਬ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦਾ। ਜੱਜ ਦੀ ਜੌਬ ਐਸੀ ਹੁੰਦੀ ਹੈ ਕਿ ਮੈਂ ਇੱਕ ਇੰਡੀਪੈਂਡੈਂਟ ਵਾਚ ਡੌਗ ਹੈ। ਮੈਂ ਹਾਲਾਂਕਿ ਤੁਹਾਨੂੰ ਪ੍ਰਾਈਮ ਮਿਨਿਸਟਰ ਕੈਬਨਿਟ ਦੀ ਸਲਾਹ ਦੇ ਨਾਲ ਅਪਾਇੰਟ ਕਰਦਾ ਹੈ ਪਰ ਉਦੋਂ ਬਾਅਦ ਮੇਰਾ ਫੋਨ ਨੰਬਰ ਉਹਨਾਂ ਦੇ ਡੇਟਾਬੇਸ ਨਹੀਂ ਹੋਊਗਾ। ਅੱਛਾ, ਪ੍ਰਾਈਮ ਮਿਨਿਸਟਰ ਜਾਂ ਕੋਈ ਕੈਬਨਿਟ ਦਾ ਬੰਦਾ ਜਾਂ MP ਡੇਅਰ ਨਹੀਂ ਕਰ ਸਕਦਾ ਜੱਜ ਨੂੰ ਫੋਨ ਕਰਨ ਵਾਸਤੇ ਵੀ ਆਹ ਸਾਡਾ ਤੂੰ ਕੰਮ ਕਰ। ਮਤਲਬ ਇੰਡੀਆ ਵਾਲਾ ਸਿਸਟਮ ਬਿਲਕੁਲ ਨਹੀਂ। ਬਿਲਕੁਲ ਜੀ। ਸੋ ਐਨੀਵੇ ਜਦੋਂ ਫਿਰ ਉਹ ਜੱਜ ਦੀ ਜੌਬ ਨਹੀਂ ਹੁੰਦੀ ਹੈ ਜਦੋਂ ਮੇਰੇ ਕੋਲ ਐਪਲੀਕੇਸ਼ਨ ਆ ਰਹੀ ਹੈ। ਇੱਕ ਐਪਲੀਕੇਸ਼ਨ ਇਸ ਤਰ੍ਹਾਂ ਆ ਰਹੀ ਹੈ ਕਿ ਉਹ ਬੰਦਾ ਮਹਿਸੂਸ ਕਰਦਾ ਹੈ ਵੀ ਉਹਨੂੰ ਸਿਟੀਜ਼ਨਸ਼ਿਪ ਮਿਲਣੀ ਚਾਹੀਦੀ ਹੈ ਪਰ ਮੈਂ ਉਹਨੂੰ ਨਹੀਂ ਦਿੰਦਾ ਜੀ। ਉਹ ਜਿਹੜਾ ਐਪਲੀਕੈਂਟ ਹੈ ਉਹ ਵੀ ਜਿਹੜਾ ਫੈਡਰਲ ਕੋਰਟ ਦੇ ਮੈਨੂੰ ਵਿੱਚ ਚੈਲੰਜ ਕਰ ਸਕਦਾ ਹੈ। ਤੇ ਦੂਸਰੇ ਪਾਸੇ ਜਿਹੜੀਆਂ ਦੂਸਰੀਆਂ ਐਪਲੀਕੇਸ਼ਨਾਂ ਜਿਹਦੇ ਕਿ ਬਹੁਤ ਆਬਜੈਕਸ਼ਨ ਲੱਗੇ ਹੁੰਦੇ ਨੇ ਜੀ, ਬਹੁਤ ਉਹਦੇ ਤੇ ਆਬਜੈਕਸ਼ਨ ਲੱਗੇ ਨੇ ਮਿਨਿਸਟਰ ਦੇ ਆਫਿਸ 'ਚੋਂ ਆ ਰਹੀ ਹੈ, ਉਹ ਆ ਰਹੇ ਆ ਤੇ ਮੈਂ ਉਹਨੂੰ ਜਿਹੜੀ ਮੇਰੀ ਹੀਅਰਿੰਗ ਹੋ ਰਹੀ ਹੈ ਜੀ ਹੀਰਿੰਗ ਦੇ ਵਿੱਚ ਮੈਂ ਜਿਹੜੇ ਉਹ ਡਾਕੂਮੈਂਟੇਸ਼ਨ ਦਿੱਤੀ ਹੈ ਮੈਂ ਉਹ ਤੋਂ ਸੈਟੀਸਫਾਈਡ ਹਾਂ ਹੈਨਾ। ਮੈਂ ਉਹਨੂੰ ਸਿਟੀਜ਼ਨਸ਼ਿਪ ਦੇ ਦਿੰਦਾ। ਠੀਕ ਹੈ। ਤਾਂ ਮੈਨੂੰ ਜਿਹੜਾ ਮਿਨਿਸਟਰ ਹੈ ਉਹਦੇ ਆਫਿਸ ਜਾਂਦੀ ਫਾਈਲ ਜੀ, ਉਹਨਾਂ ਦੇ ਲਾਇਰਸ ਦੇਖਦੇ ਨੇ ਜੇ ਕੋਈ ਲੂਪਹੋਲ ਹੋਵੇ ਤਾਂ ਉਹ ਵੀ ਮੈਨੂੰ ਚੈਲੰਜ ਕਰ ਸਕਦਾ ਹੈ। ਅੱਛਾ, ਮੈਂ ਟੋਟਲੀ ਇੰਡੀਪੈਂਡੈਂਟ ਹੈ। ਸੋ ਇਸ ਕਰਕੇ ਜਿਹੜਾ ਇਹ ਰੋਲ ਹੈ ਇੰਨਾ ਇੰਪੋਰਟੈਂਟ ਹੈ ਤੁਸੀਂ ਇਹਨੂੰ ਲਾਈਟਲੀ ਨਹੀਂ, ਡੋਂਟ ਟੇਕ ਇਟ ਐਜ਼ ਅ ਜੌਬ। No, it is such a obligation. और ਤੁਸੀਂ ਵੀ ਜੇ ਗਲਤ ਕਰਤਾ ਤਾਂ ਬਹੁਤ ਅਗਲੇ ਦਾ ਉਹਦਾ ਕਿੰਨਾ ਉਹਦਾ ਡੋਮਿਨੋ ਜਿਹੜਾ ਇਫੈਕਟ ਪਏਗਾ ਉਹਦੀ ਜ਼ਿੰਦਗੀ ਤਾਂ ਚਲੋ ਇੱਕ ਪਾਸੇ ਔਰ ਤੁਹਾਨੂੰ ਵੀ ਕਈ ਵਾਰੀ ਉਹ ਇਸ ਚੀਜ਼ ਦਾ ਹਰਜਾਨਾ ਜਿਹੜਾ ਭੁਗਤਣਾ ਪੈ ਸਕਦਾ। ਸੋ ਇੱਕ ਬ੍ਰੇਕ ਦਾ ਸਮਾਂ ਹੋ ਚੱਲਿਆ। ਬ੍ਰੇਕ ਤੋਂ ਬਾਅਦ ਆਪਾਂ ਜਲਦ ਹਾਜ਼ਰ ਹੁੰਨੇ ਆ ਔਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਉਹ ਤੁਹਾਡੇ ਅੱਜ ਪਟਾਰੇ ਦੇ ਵਿੱਚ ਅਸੀਂ ਬਹੁਤ ਕੁਝ ਸਿੱਖਣਾ ਔਰ ਦਰਸ਼ਕਾਂ ਨੂੰ ਨਾਲ ਸਾਂਝਾ ਕਰਨਾ। ਫਿਰ ਆਪਾਂ ਉਸ ਤੋਂ ਬਾਅਦ ਚਰਚਾ ਕਰਦੇ ਹਾਂ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਨੇ ਆ ਦੋਸਤੋ। ਇਉਂ ਗਏ ਤੇ ਇਉਂ ਗਏ। ਧੰਨਵਾਦ। ਨਜ਼ਰ ਮੇਲੇ ਵਿੱਚ ਨਾ ਲੱਗ ਜਾਵੇ, ਸੁਰਮਾ ਅੱਖ ਵਿੱਚ ਪਾ ਕੇ ਜਾਵਾਂ, ਸਾਵਣ ਦਾ ਮੀਂਹ ਸ਼ਮ ਸ਼ਮ ਵਰਦਾ, ਮੈਂ ਲੱਖ ਲੱਖ ਸ਼ਗਨ ਮਨਾਵਾਂ, ਤੀਆਂ ਦੇ ਮੇਲੇ ਵਿੱਚ ਜਾ ਕੇ ਗਿੱਧੇ ਦੇ ਵਿੱਚ ਧਮਾਲਾਂ ਪਾਵਾਂ। ਆਓ ਮਨਾਈਏ ਤੀਆਂ ਸੌਣ ਦੀਆਂ ਵਿਜ਼ਨ ਪੰਜਾਬ ਟੀਵੀ ਦੇ ਨਾਲ। 19 ਜੁਲਾਈ ਤੋਂ ਹਰੇਕ ਐਤਵਾਰ ਤੁਸੀਂ ਦੇਖ ਸਕਦੇ ਹੋ ਜੀ ਤੀਆਂ ਦਾ ਸਪੈਸ਼ਲ ਪ੍ਰੋਗਰਾਮ। ਪੂਰਾ ਸੌਣ ਮਹੀਨੇ ਅਸੀਂ ਲੈ ਕੇ ਆਵਾਂਗੇ
7 ਵਜੇ ਸ਼ਾਮ ਨੂੰ ਸੈਂਟਰਲ ਸਟੈਂਡਰਡ ਟਾਈਮ ਦੇ ਉੱਤੇ ਤੁਸੀਂ ਇਹ ਪ੍ਰੋਗਰਾਮ ਦੇਖ ਸਕਦੇ ਹੈਗੇ ਹੋ ਸਿਰਫ ਤੇ ਸਿਰਫ ਵਿਜ਼ਨ ਪੰਜਾਬ ਟੀਵੀ ਦੇ ਉੱਤੇ। ਬਿਲਕੁਲ ਜੀ, ਤੇ ਇਸ ਤੋਂ ਇਲਾਵਾ ਤੁਸੀਂ ਖੁਦ ਵੀ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ। ਪੂਰਾ ਕਲਚਰਲ ਪਹਿਰਾਵਾ ਪਾ ਕੇ, ਸੋਹਣੇ ਗਹਿਣੇ ਗੱਟੇ ਪਾ ਕੇ ਤੁਸੀਂ ਆਪਣੀਆਂ ਸੋਹਣੀਆਂ ਸੋਹਣੀਆਂ ਫੋਟੋਆਂ ਸਾਨੂੰ ਭੇਜ ਸਕਦੇ ਹੋ, ਜਿਹਦੇ ਭੇਜਣ ਦੀ ਲਾਸਟ ਤਰੀਕ ਹੈਗੀ ਆ ਜੀ 5 ਅਗਸਤ। ਔਰ ਇਹਨਾਂ ਦੇ ਵਿੱਚੋਂ ਹੀ 3 ਚੁਣੇ ਹੋਈਆਂ ਐਂਟਰੀਜ਼ ਨੂੰ ਮਿਲੇਗਾ ਜੀ ਇੱਕ ਸ਼ਾਨਦਾਰ ਪ੍ਰਾਈਜ਼ ਵਿਜ਼ਨ ਪੰਜਾਬ ਟੀਵੀ ਵੱਲੋਂ। ਆਓ ਮਨਾਈਏ ਤੀਆਂ ਸੌਣ ਦੀਆਂ ਵਿਜ਼ਨ ਪੰਜਾਬ ਟੀਵੀ ਦੇ ਨਾਲ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, ਸਟਰੋਂਗ ਆਨਲਾਈਨ ਪ੍ਰੈਜ਼ੈਂਸ, ਓਪਨ ਹਾਊਸਸ ਅੰਟਿਲ ਸੋਲਡ, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन लई आज ही संपर्क करो सुनील गर्ग नू 2042920177 ते। ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ਹਿ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ, ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਥਲ ਨਾਲ ਸ਼ਾਮੀ 8:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੇਖਣਾ ਨਾ ਭੁੱਲਣਾ ਖਬਰਾਂ ਦੀ ਖਬਰ। इंडियन कज़ीन दा स्वाद हुण कैनेडा च? जी हाँ, इंडियन कज़ीन दा स्वाद मिलेगा विनीपेग मैनीटोबा दे सिर्फ ते सिर्फ क्ले ओवन ईस्ट इंडियन रेस्टोरेंट दे विच। वो भी किसी एक जगह नहीं बल्कि क्ले ओवन ईस्ट इंडियन रेस्टोरेंट सर्व्स यू ऑन 3 locations। For memorable food and exceptional value, you can contact us at, you can also mail us at ब्रेक तो बाद फिर तो ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਂ ਹੈ ਜੋ ਪੇਸ਼ ਕਰ ਰਹੇ ਹਾਂ ਵਿਜ਼ਨ ਪ੍ਰਾਈਮ ਟਾਈਮ ਸ਼ੋ। ਔਰ ਅਸੀਂ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਨੇ ਹਾਂ ਔਰ ਸਮਾਂ ਇਸ ਪ੍ਰੋਗਰਾਮ ਦਾ ਹੁੰਦਾ ਹੈ 7 ਤੋਂ 8। ਔਰ ਕਿਸੇ ਵੀ ਕਿਸਮ ਦਾ ਸਵਾਲ ਸੁਝਾਅ ਜਾਂ ਤੁਸੀਂ ਕੋਈ ਜਾਣਕਾਰੀ ਚਾਹੁੰਦੇ ਆ ਕਿ ਲੋਕਾਂ ਤੱਕ ਪਹੁੰਚਦੀ ਹੋ ਜੇ, ਤਾਂ ਤੁਹਾਡਾ ਕੋਈ ਐਕਸਪੀਰੀਅੰਸ ਹੈ ਤੁਸੀਂ ਚਾਹੁੰਦੇ ਆ ਕਿ ਲੋਕਾਂ ਤੱਕ ਪਹੁੰਚਦਾ ਹੋ ਸਕੇ ਤਾਂ 905 790 9099 ਸਟੂਡੀਓ ਦੇ ਨੰਬਰ। ਔਰ ਅੱਜ ਜੋ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਇੱਕ ਚੰਗੇ ਨਾਗਰਿਕ ਦੇ ਗੁਣ ਅਤੇ ਇਹ ਕਹਿ ਲਓ ਕਿ ਚੰਗੇ ਨਾਗਰਿਕ ਨੂੰ ਅਸੀਂ ਕਿਵੇਂ ਪਛਾਣੀਏ ਜਾਂ ਚੰਗਾ ਨਾਗਰਿਕ ਬਣਨਾ ਕਿਵੇਂ ਸੰਭਵ ਹੈ, ਇਹ ਸਾਰੀ ਜਿਹੜੀ ਚਰਚਾ ਕਰ ਰਹੇ ਹਾਂ। ਔਰ ਅੱਜ ਇੱਕ ਅਜਿਹੀ ਸ਼ਖਸੀਅਤ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਕਿ ਬਹੁਤ ਉੱਚਾ ਅਹੁਦਾ, ਇੱਕ ਉੱਚਾ ਰੁਤਬਾ ਹੁੰਦਾ ਹੈ ਜੱਜ ਦਾ। ਅਜਿਹੇ ਜੱਜ ਨੂੰ ਅਸੀਂ ਪੇਸ਼ ਕਰ ਰਹੇ ਹਾਂ ਜੋ ਕਿ ਕੈਨੇਡਾ ਦੇ ਵਿੱਚ ਆ ਕੇ ਜੱਜ ਦੇ ਰੁਤਬੇ ਦੇ, ਜੱਜ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਅੱਜ ਸਾਡੇ ਸਟੂਡੀਓ ਦੇ ਵਿੱਚ ਆਪਣੇ ਤਜਰਬਿਆਂ ਨੂੰ ਜਿਹੜਾ ਉਹ ਸਾਡੇ ਨਾਲ ਸ਼ੇਅਰ ਕਰ ਰਿਹਾ। ਸੋ ਫਿਰ ਤੋਂ ਇੱਕ ਵਾਰੀ ਸਵਾਗਤ ਕਰਦੇ ਹਾਂ ਹੈਰੀ ਧਾਲੀਵਾਲ ਜੀ ਦਾ। ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਇੱਕ ਵਾਰੀ ਤੋਂ। ਸੋ ਜਿਹੜੀ ਆਪਾਂ ਬ੍ਰੇਕ ਤੋਂ ਪਹਿਲਾਂ ਚਰਚਾ ਕਰ ਰਹੇ ਸੀ ਕਿ ਵੀ ਨਾਗਰਿਕ, ਚੰਗੇ ਨਾਗਰਿਕ ਦੇ ਗੁਣ ਕੀ ਹੁੰਦੇ ਨੇ ਤੇ ਜਾਂ ਚੰਗੇ ਨਾਗਰਿਕ ਬਣਨਾ ਕਿਵੇਂ ਸੰਭਵ ਹੈ। ਸੋ ਇੱਕ ਕਿਸ ਤਰ੍ਹਾਂ ਦੀ ਕੋਈ ਐਗਜ਼ਾਮਪਲ ਜਾਂ ਮਿਸਾਲ ਜਦੋਂ ਤੁਸੀਂ ਜੱਜ ਹੁੰਦੇ ਹੋਏ ਤੁਹਾਡੇ ਨਾਲ ਕੋਈ ਫੋਟੋ ਖਿਚਾਉਣ ਆਇਆ, ਪਿਕਚਰ ਖਿਚਾਉਣ ਆਇਆ ਓਥ ਲੈਣ ਤੋਂ ਬਾਅਦ, ਤਾਂ ਤੁਸੀਂ ਕੋਈ ਉਹਦੀ ਬੈਕਗਰਾਊਂਡ ਨੂੰ ਸਮਝਦੇ ਹੋਏ ਤੁਸੀਂ ਆਪਣੇ ਵੱਲੋਂ ਉਹਨੂੰ 2 ਸ਼ਬਦ ਕਹੇ ਹੋਣ ਕਿ ਭਾਈ ਕਾਕਾ ਹੁਣ ਤੂੰ ਇਸ ਤੋਂ ਬਾਅਦ ਅੱਧੀਆਂ ਜ਼ਿੰਮੇਵਾਰੀਆਂ ਨੂੰ ਜ਼ਰੂਰ ਸਮਝਣਾ। ਹਾਂਜੀ, ਇਹ ਬੜੇ ਕੇਸ ਨੇ ਇਹ ਜਿਹੇ, ਬਹੁਤ ਐਗਜ਼ਾਮਪਲ ਨੇ। ਹੁਣ ਵੀ ਜਦੋਂ ਮੈਂ ਵਿਚਰਦਾ ਹੈ ਕਈ ਵਾਰੀ ਬਾਹਰ ਮਿਲਦਾ ਤੇ ਮੈਨੂੰ ਉਹ ਬੰਦੇ ਹੁਣ ਵੀ ਕਈ ਵਾਰੀ ਮਿਲਦੇ ਨੇ, ਮੈਨੂੰ ਯਾਦ ਵੀ ਨਹੀਂ ਹੁੰਦਾ ਮੈਂ ਆਹ ਗੱਲ ਆਖੀ ਹੈ। ਐਂਡ ਦੈਨ ਪੀਪਲ, ਮੈਂ ਤੁਹਾਨੂੰ ਇੱਕ ਦਿਨ ਹੈਗਾ ਐਗਜ਼ਾਮਪਲ, ਮੈਂ ਇੱਕ ਗੁਰਦੁਆਰਾ ਸਾਹਿਬ ਗਿਆ ਤਾਂ ਵਿੰਟਰ ਦਾ ਟਾਈਮ ਸੀਗਾ ਜੀ, ਤੇ ਮੈਂ ਮੱਥਾ ਟੇਕ ਕੇ ਜਦੋਂ ਬਾਹਰ ਨਿਕਲਣ ਲੱਗਿਆ ਤਾਂ ਇੱਕ ਪਰਿਵਾਰ
ਮਤਲਬ ਫਾਦਰ ਮਦਰ ਤੇ ਉਹਨਾਂ ਦੇ ਗਾਹਾਂ ਬੇਟਾ ਤੇ ਉਹਨਾਂ ਦੀ ਜਿਹੜੀ ਨੂੰਹ ਜੀ ਤੇ ਇੱਕ ਉਹਨਾਂ ਦੇ ਕੋਲ ਛੋਟਾ ਜਿਹਾ ਬੱਚਾ ਚੱਕਿਆ ਹੋਇਆ ਸੀਗਾ, ਉਹ ਖੜੇ। ਤੇ ਜਦੋਂ ਮੈਂ ਬਾਹਰ ਨਿਕਲਿਆ ਤਾਂ ਮੈਨੂੰ ਕਹਿੰਦੇ ਅੰਕਲ ਜੀ ਸਤਿ ਸ਼੍ਰੀ ਅਕਾਲ, ਉਹ ਜਿਹੜੀ ਉਹਨਾਂ ਦੀ ਕੁੜੀ ਸੀਗੀ ਜੀ। ਮੈਂ ਕਿਹਾ ਸਤਿ ਸ਼੍ਰੀ ਅਕਾਲ ਬੇਟੇ, ਪਰ ਮੈਂ ਫਿਰ ਉਹਦੇ ਹਿਸਾਬ ਲਾ ਲੈਣਾ ਵੀ ਮੈਨੂੰ ਇਹ ਉਹਦੀ ਨਹੀਂ ਮੈਨੂੰ ਜਾਣਦੇ, ਪਰ ਉੱਥੇ ਮੈਨੂੰ ਮਿਲੇ ਹੋਣਗੇ ਜੀ ਜੀ। ਸੋ ਦੇਖੋ ਮੇਰੇ ਕੁਝ ਸ਼ਬਦ ਕਹੇ ਹੋਏ ਉਹਨਾਂ ਦੀ ਲਾਈਫ ਕਿਵੇਂ ਚੇਂਜ ਹੋਈ। ਮੈਂ ਉਹਨਾਂ ਨੂੰ ਦਿੱਤੀ ਐਗਜ਼ਾਮਪਲ ਦਿੱਤੀ ਕਿਉਂਕਿ ਕੁੜੀ ਉਹ ਪੜ੍ਹੀ ਲਿਖੀ ਸੀ ਜੀ ਤੇ ਮੁੰਡਾ ਟਰੱਕ ਡਰਾਈਵਰ ਸੀਗਾ। ਮੈਂ ਕਿਹਾ ਦੇਖੋ ਤੁਸੀਂ ਇੱਕ ਚੰਗੀ ਔਰਤ ਦੇ ਨਾਲ ਚੰਗੀ ਐਜੂਕੇਸ਼ਨ ਵਾਲੇ ਨਾਲ ਵਿਆਹ ਕਰਾ ਕੇ ਲੈ ਕੇ ਆਏ ਹੋ, ਹੁਣ ਇੱਥੇ ਇਸ ਕੰਟਰੀ ਵਿੱਚ ਆ ਕੇ ਇਹ ਨਹੀਂ ਮਹਿਸੂਸ ਕਰਨਾ ਵੀ ਇਹ ਮੇਰੇ ਨਾਲੋਂ ਜ਼ਿਆਦਾ ਕਾਮਯਾਬ ਹੋ ਗਈ ਤੇ ਮੇਰੇ ਨਾਲੋਂ ਜ਼ਿਆਦਾ ਪ੍ਰੋਫੈਸ਼ਨਲੀ ਜ਼ਿਆਦਾ ਪੈਸੇ ਬਣਾਉਣ ਲੱਗ ਗਈ, ਤਾਂ ਮੈਂ ਉਸ ਨੂੰ ਤੁਸੀਂ ਮਤਲਬ ਥੱਲੇ ਨੂੰ ਖਿੱਚ ਕੇ ਰੱਖੋ, ਡੋਮੀਨੇਟ ਨਹੀਂ ਕਰਨਾ। ਵੀ ਇਹਨਾਂ ਨੂੰ ਹੁਣ ਤੁਸੀਂ ਯੂ ਸ਼ੁਡ ਆਲਸੋ ਹੈਲਪ ਹਰ ਟੂ ਰਿਅਲਾਈਜ਼ ਹਰ ਫੁੱਲ ਪੋਟੈਂਸ਼ੀਅਲ ਜੀ, ਕਿਉਂਕਿ ਸਿਟੀਜ਼ਨ ਦਾ ਸਭ ਤੋਂ ਵੱਡਾ ਜਿਹੜਾ ਤੁਹਾਡਾ ਨਾ ਓਬਲੀਗੇਸ਼ਨ ਇਹੀ ਹੈ, ਤੁਹਾਡਾ ਫਰਜ਼ ਇਹੀ ਹੈ ਵੀ ਤੁਸੀਂ ਕੋਈ ਵੀ ਕੰਮ ਕਰਦੇ ਹੋ, ਟੈਕਸੀ ਚਲਾਉਂਦੇ ਹੋ, ਫਾਰਮ 'ਚ ਕੰਮ ਕਰਦੇ ਹੋ, ਜੱਜ ਹੋ, ਕਿਵੇਂ ਆ, ਤੁਸੀਂ ਇਹੋ ਜਿਹਾ ਓਪੀਨੀਅਨ ਰੱਖਣਾ, ਇਹੋ ਜਿਹੇ ਵਿਚਾਰ ਰੱਖਣੇ ਆ ਕਿ ਤੁਹਾਡਾ ਆਸ-ਪਾਸ ਆ ਜਿਹੜਾ ਉਹ ਤੁਸੀਂ ਕਿਸੇ ਦੇ ਕੰਮ 'ਚ ਜਾਂ ਕਿਸੇ ਦੇ ਈਵਨ ਲਾਈਫ ਉਹਦੇ ਜਿਹੜੇ ਵਿੱਚ ਕੋਈ ਆਬਸਟੈਕਲ ਨਹੀਂ ਪੈਦਾ ਕਰਨੀ, ਉਹਨੂੰ ਸਭ ਤੋਂ ਹੈਲਪ ਪੈਦਾ ਕਰਨੀ। ਤੇ ਉਹਨਾਂ ਨੇ ਜੀ ਚਲੋ ਉਹ ਕੁੜੀ ਨੇ ਉਹ ਕਹਿੰਦੀ ਅੰਕਲ ਮੈਂ ਉਸ ਤੋਂ ਬਾਅਦ ਮੈਂ ਆਪਣੇ ਹੰਬਰ ਕਾਲਜ ਗਈ, ਉੱਥੋਂ ਜਾ ਕੇ ਮੈਂ ਆਹ ਕੋਰਸ ਕੀਤਾ, ਹੁਣ ਮੈਂ ਆਹ ਜੌਬ ਕਰਦੀ ਹੈ। ਕਿਉਂਕਿ ਆਈ ਗੇਵ ਦੈਮ ਮਾਈ ਐਗਜ਼ਾਮਪਲ ਜੀ, ਹੈਨਾ। ਦੈਟ ਮੈਂ ਜਦੋਂ ਮੇਰਾ ਵਿਆਹ ਹੋਇਆ, ਮੇਰੀ ਵਾਈਫ ਜਿਹੜੀ ਸੀਗੀ ਉਹ ਨਾਰਮਲ ਜਿਵੇਂ ਇੱਥੇ ਆਪਣੀ BA ਹੁੰਦੀ ਹੈ, ਸੋ ਆਈ ਵਾਜ਼ ਮੇਰੀ ਬੀਟੈਕ ਕੀਤੀ ਸੀ, ਸੋ ਆਈ ਨਿਊ ਦੈਟ ਸ਼ੀ ਕੁਡ ਬੀ ਪ੍ਰੋਫੈਸ਼ਨਲੀ ਵੈਰੀ ਸਕਸੈਸਫੁਲ, ਰਾਈਟ। ਸੋ ਆਈ ਇਨਕਰੇਜ ਹਰ ਟੂ ਡੂ CMA ਐਂਡ ਆਲ ਦਿਸ। ਕਦੇ ਮੈਂ ਪੜ੍ਹਨ ਲੱਗ ਗਿਆ, ਮੇਰੇ ਜਿਹੜੇ ਪੇਰੈਂਟਸ ਵੀ ਮੇਰੇ ਨਾਲ ਸੀ, ਉਹਨਾਂ ਨੂੰ ਐਜੂਕੇਸ਼ਨ ਦਾ ਬੜਾ ਸੀਗਾ ਸ਼ੌਕ ਸੀ। ਇਹ ਸੀਨੀਅਰ ਵਾਸਤੇ ਵੀ ਬੜਾ ਇੰਪੋਰਟੈਂਟ ਹੈ, ਆਪਦੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰੋ, ਉੱਥੇ ਵੀ ਤੁਸੀਂ ਇਹਨਾਂ ਵਾਸਤੇ ਔਖੇ ਹੋਏ ਹੋ, ਜੇ ਇੱਥੇ ਆ ਕੇ ਉਹਨਾਂ ਨੂੰ ਲੱਗਦਾ ਵੀ 5 ਸਾਲ ਦੀ ਇਹਨਾਂ ਨੂੰ ਹੋਰ ਹੈਲਪ ਦੀ ਲੋੜ ਆ, ਬੱਚੇ ਸਾਹਮਣੇ ਉਹਨਾਂ ਨੂੰ ਕਹੋ ਵੀ ਤੁਸੀਂ ਮੇਰੇ ਮਾਂ ਨੇ ਕਹਿਣਾ ਵੀ ਤੁਸੀਂ ਐਂ ਕਰੋ ਲਾਇਬ੍ਰੇਰੀ ਜਾਓ, ਜਿਹੜੇ ਤੁਹਾਡੇ ਬੱਚੇ ਨੇ ਇਹਨਾਂ ਨਾਲ ਘੰਟਾ ਤੋਂ ਘੰਟਾ ਦਾ ਟਾਈਮ ਸਪੈਂਡ ਕਰੋ ਤੇ ਕਰੋ। ਸੋ ਨਾਓ ਉਹਨੂੰ ਐਗਜ਼ਾਮਪਲ ਦਿੱਤੀ ਵੀ ਮੇਰੀ ਵਾਈਫ ਹੈ ਪ੍ਰੋਫੈਸ਼ਨਲੀ always been very successful ji, no? She is probably right now she is not very political, she is not very well known, probably the one of the most successful Sikh women in Canada in a public sector. Wow. So ਇਸ ਕਰਕੇ ਜਿਹੜਾ ਤੁਸੀਂ ਮਾਹੌਲ ਹੈ ਇਹ ਜਦ ਪੈਦਾ ਕਰਦੇ, ਫਿਰ ਜਿਹੜਾ ਇਹ ਨਹੀਂ ਵੀ ਮੈਂ ਆਪਣੇ ਲੋਕਾਂ ਦੇ ਵਿੱਚ ਇਹ ਫਰਕ ਪੈਦਾ ਕਰਨਾ, ਉਹ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਨੂੰ ਹੀ ਕਰਨਾ। ਮੇਰਾ ਇਹ ਫਰਜ਼ ਹੈ ਵੀ ਮੈਂ ਜਦੋਂ ਮੇਨ ਸਟ੍ਰੀਮ ਦੇ ਵਿੱਚ ਵਿਚਰਦਾ ਜੀ, ਉਹਨਾਂ ਦੇ ਵੀ ਜਿਹੜੇ ਸਾਰੇ ਸਵਾਲ ਨੇ ਵੀ ਇਹ ਜਿਹੜਾ ਬਰਾਊਨ ਸਕਿਨ ਹੈ, ਇਹ ਜਿਹਾ ਐਕਸੈਂਟ ਹੈ, ਇਹ ਜਿਹੜੇ ਬੰਦੇ ਦੇ ਪੱਗ ਬੰਨੀ ਹੈ, ਇਹ ਕੌਣ ਨੇ, ਕੀ ਕਰਦੇ ਨੇ, ਉਹਨਾਂ ਨੂੰ ਵੀ ਤੁਸੀਂ ਆਪਣੇ ਬਿਹੇਵੀਅਰ ਨਾਲ, ਵਿਚਾਰਾਂ ਨਾਲ ਇਸ ਤਰ੍ਹਾਂ ਮਹਿਸੂਸ ਕਰਾਉਣਾ ਵੀ ਇਹ ਵੀ ਸਾਡੇ ਵਰਗੇ ਨੇ, ਸਾਡੇ ਵਰਗੇ ਕੈਨੇਡੀਅਨ ਨੇ, ਉਹਨੇ ਹੀ ਸ਼ਿੱਦਤ ਨਾਲ ਮਿਹਨਤ ਨਾਲ ਕੰਮ ਕਰਦੇ ਨੇ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ, ਇੱਥੇ ਛੋਟਾ ਜਿਹਾ ਟਾਊਨ ਹੈਗਾ ਆਪਣੇ ਹੰਟਸਵਿਲ ਹੈ ਜੀ, ਉੱਥੇ ਮਿਨਿਸਟਰ ਸੀਗਾ ਟੋਨੀ ਕਲੇਮੈਂਟ। ਚਲੋ ਉਹਨਾਂ ਦੇ ਥਰੂ ਮੈਨੂੰ ਉੱਥੋਂ ਦੇ ਜਿਹੜੇ ਮੇਰੀ ਡਿਊਟੀ ਲੱਗ ਗਈ। ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹੁੰਦਾ ਸੀ ਜਦੋਂ ਮੇਰੀ ਸਿਟੀਜ਼ਨਸ਼ਿਪ ਦੀ ਸੈਰੇਮਨੀ ਹੁੰਦੀ ਹੈ, ਜਿਹੜੀ ਇਹਨੂੰ ਅਸੀਂ ਇਨਹੈਂਸ ਸੈਰੇਮਨੀ ਕਹਿੰਦੇ, ਜਿਹੜੀ ਬਾਹਰ ਹੁੰਦੀ ਹੈ ਜਦੋਂ ਜੁਲਾਈ 1 ਨੂੰ ਜਾਂ ਹੋਰ ਕੋਈ ਸਪੈਸ਼ਲ ਦਿਨ ਹੈ, ਤੇ ਉੱਥੇ ਅਸੀਂ ਜਦੋਂ ਸੈਰੇਮਨੀ ਮੈਂ ਜਾਣ ਕੇ ਜ਼ਿਆਦਾ ਜਿਹੜੇ ਜਿੱਥੇ ਆਪਣੇ ਲੋਕ ਨਾ ਹੋਣ ਉੱਥੇ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਸੀ, ਕਿਉਂਕਿ ਉੱਥੇ ਜਦੋਂ ਦੇਖਣਗੇ ਮੈਂ ਉੱਥੇ ਮੋਸਟਲੀ ਫਿਰ ਪੱਗ ਬੰਨ ਕੇ ਵੀ ਜਾਣਾ। ਜਦੋਂ ਮੈਂ ਉੱਥੇ ਪੱਗ ਬੰਨ ਕੇ ਮੈਂ ਇੱਕ ਰਾਤ ਪਹਿਲਾਂ ਜਾਣਾ, ਉੱਥੋਂ ਦੇ ਮੇਅਰ ਨੂੰ ਮਿਲਣਾ, ਕਾਉਂਸਲਰ ਨੂੰ ਮਿਲਣਾ, ਆਪਣੇ ਕਲਚਰ ਬਾਰੇ ਗੱਲ ਕਰਨੀ ਹੈ, ਉਹਨਾਂ ਦੀ ਗੱਲ ਕਰਨੀ ਹੈ, ਸ਼ਹਿਰ ਦੀ ਹਿਸਟਰੀ ਪੜ੍ਹਨੀ ਹੈ, ਸਭ ਕੁਝ ਕਰਨਾ। ਨੈਕਸਟ ਡੇ ਉਹ ਜਿਹੜੀਆਂ ਚੀਜ਼ਾਂ ਆਪਣੀ ਸਪੀਚ ਦੇ ਵਿੱਚ ਮੈਂ ਐਡ ਕਰਨੀਆਂ ਜੀ, ਤਾਂ ਕਿ ਉਹਨਾਂ ਨੂੰ ਐਂ ਲੱਗੇ ਵੀ ਇਹ ਬੰਦਾ ਇਹ ਏਰੀਆ ਨੂੰ ਜਾਣਦਾ। ਬਿਲਕੁਲ। ਉਹ ਮੈਂ ਤਾਂ ਦੱਸਦਾ ਉੱਥੇ 300-400 ਬੰਦਾ ਹੋਏਗਾ, ਬਜ਼ੁਰਗ ਸੀਗੇ 70, 75, 80 ਸਾਲ ਦੇ। ਤੇ ਜਦੋਂ ਉਹਨਾਂ ਨੇ ਇੱਕ ਪੱਗ ਵਾਲਾ ਬੰਦਾ ਤੇ ਪਿੱਛੇ ਮੂਹਰੇ ਆਪਣੇ RC MP ਹੈ, ਮਿਨਿਸਟਰ ਵਗੈਰਾ, MP ਵਗੈਰਾ ਮੇਰੇ ਸਾਰੇ ਆਪਣੇ ਪਿੱਛੇ ਆ ਰਹੇ ਨੇ, ਤੇ ਜਦੋਂ ਮੈਂ ਜਾ ਰਿਹਾ ਤੇ ਮੈਂ ਜਾ ਕੇ ਉਹ ਚੇਅਰ ਤੇ ਬੈਠਾ, ਸਾਰਿਆਂ ਨੂੰ ਕਿਹਾ ਬਹਿ ਜਾਓ, ਦਿਸਦਾ ਉਹ ਸਾਰਾ ਸੋਚੋ। ਮੈਂ ਇਹਨਾਂ ਦੇ ਬਾਡੀ ਲੈਂਗੁਏਜ ਤੋਂ ਇਹ ਦੇਖ ਰਿਹਾ ਸੀ ਕਿ ਉਹ ਜਿਹੜੇ ਬਜ਼ੁਰਗ ਖੜੇ ਸੀ ਉਹ ਬੜੇ ਐਜੀਟੇਟਡ ਜਿਹੇ ਸੀ ਵੀ ਇਹ ਯਾਰ ਕਿਹੜੇ ਪੱਗ ਵਾਲਾ ਬੰਦਾ ਵੀ ਜੱਜ ਹੋ ਸਕਦਾ। ਪੱਗ ਵਾਲਾ ਬੰਦਾ ਦੇਖੋ ਕਿ ਇਹ ਉਹਨਾਂ ਦਾ ਫੀਅਰ ਹੈ ਆਫ ਯਾਨੀ ਅਨਨੋਨ ਦਾ, ਹੈ ਨਾ, ਵੀ ਇਹ ਕੌਣ ਨੇ ਬੰਦੇ ਜੀ। तो मैं उन्होंने ते ਅੱਖ ਵੀ ਰੱਖੀ ਥੋੜੀ ਜੀ, ਮੈਂ I want to always know my crowd ਵੀ ਕੀ ਹੈਗੀ ਹੈ, ਤੇ ਮੈਂ ਕਰਦਾ ਕਰਾਉਂਦਾ ਜੀ ਉੱਥੇ ਆਪਣਾ ਸਪੀਚ ਵੀ ਦਿੱਤੀ, ਸਭ ਕੁਝ ਕਰਦਾ ਉਹ ਕਰਦਾ। ਉਸ ਤੋਂ ਬਾਅਦ ਤੁਸੀਂ ਬੱਚਿਆਂ ਨਾਲ ਇੰਟਰੈਕਸ਼ਨ ਕਰਦੇ ਹੋ, ਫੋਟੋ ਖਿਚਾਉਂਦੇ ਹੋ, ਹੋਰ ਇਹੋ ਜਿਹੀ ਗੱਲਾਂ ਬਾਤਾਂ ਕਰਦੇ ਹੋ, ਕਰਦੇ ਉਹ ਬੰਦੇ ਨਾ ਹੌਲੀ ਮੇਰੇ ਕੋਲੇ ਆਉਣ ਲੱਗੇ ਜੀ। ਯਾਨੀ ਐਂਡ ਦੇ ਉੱਤੇ ਜਾ ਕੇ ਜਦੋਂ ਫੋਟੋ ਖਿਚਾਉਣੇ ਸੀ ਤੇ ਉਹ ਵੀ ਕੋਲੇ ਆ ਗਏ, ਮੇਰੇ ਨਾਲ ਉਹਨਾਂ ਨੇ ਫੋਟੋ ਖਿਚਾਈ ਜੀ,
ਹੱਥ ਮਿਲਾਇਆ, ਜੱਫੀ ਪਾਈ। ਇੱਕ ਜਿਹੜਾ ਉਹਦੇ ਚ ਐਲਡਰਲੀ ਬੰਦਾ ਸੀ, ਮੇਰੇ ਖਿਆਲ ਵੀ ਉਹਦੀ 80-85 ਸਾਲ ਦੀ ਏਜ ਹੋਣੀ ਹੈ ਜੀ, ਉਹਨੇ ਮੈਨੂੰ ਜੱਫੀ ਇਸ ਤਰੀਕੇ ਨਾਲ ਪਾਈ ਕਿ ਉਹਦਾ ਜਿਹੜੇ ਬੁੱਲ ਸੀ ਮੇਰੇ ਆਲਮੋਸਟ ਇੱਥੇ ਆਪਣੇ ਕੰਨ ਦੇ ਉੱਤੇ ਆ ਗਏ। ਉਹਦੀ ਕਾਫੀ ਉਹਦੀ ਹਾਈਟ ਸੀ। ਤੇ ਮੈਨੂੰ ਪਤਾ ਕਹਿੰਦਾ ਸਨ, ਕਹਿੰਦਾ ਯੂ ਆਰ ਅ ਬੈਟਰ ਕੈਨੇਡੀਅਨ ਦੈਨ ਮਾਈ ਓਨ ਸਨ। ਵਾਹ ਵਾਹ, ਬਹੁਤ ਅੱਛਾ। ਸੋ ਇਹ ਜਿਹੜਾ ਹੁੰਦਾ, ਤੁਸੀਂ ਜਿਹੜਾ ਚੰਗਿਆਈ ਨੂੰ ਜਿਹੜਾ ਇਹਨੂੰ ਰੇਡੀਏਟ ਕਰਨਾ, ਆਪਣੇ ਕਲਚਰ ਦਾ ਜਿਹੜਾ ਹੋਸ਼ ਤੇ ਜੋਸ਼ ਤੇ ਸੋਚ ਦਾ ਸਮੇਲ ਹੈ, ਜਦੋਂ ਉਹ ਉੱਭਰ ਕੇ ਆਊਗਾ ਨਾ ਤੁਹਾਡਾ ਜਿਹੜਾ ਸੁਭਾਅ ਦੇ ਵਿੱਚੋਂ ਜੀ, ਪੰਜਾਬੀਅਤ ਦੀ ਜਿਹੜੀ ਆ ਬੋਲਬਾਲਾ ਜਿਹੜਾ ਹੈਗਾ ਉਹ ਕਦੇ ਘਟੇ ਨਹੀਂ ਸਕਦਾ। ਜਦੋਂ ਅਸੀਂ ਜਿਹੜਾ ਦੂਜਾ ਗਰੀਡ, ਫੀਅਰ, ਮਾੜੇ ਕੰਮ, ਅਨਐਥੀਕਲ ਵੈਲਿਊਜ਼, ਉਹਨਾਂ ਦੀ ਸਾਨੂੰ ਇਹ ਹੈ ਵੀ ਦੇਖੋ ਜਿਹੜੀ ਜ਼ਮੀਨ ਹੈ, ਜਦੋਂ ਮੈਨੂੰ ਪਤਾ ਹੈ ਵੀ ਇੱਥੇ ਮੈਂ ਜਦੋਂ ਉਂਝ ਬੀਜਦਾ ਜੀ, ਉਹ ਸਾਰਾ ਕੁਝ ਹੋ ਜਾਂਦਾ ਤੇ ਮੈਨੂੰ ਦੂਜਾ ਚੀਜ਼ਾਂ ਬੀਜਣ ਦੀ ਲੋੜ ਕੀ ਹੈ। ਬਿਲਕੁਲ, ਬਹੁਤ ਬਹੁਤ ਅੱਛੀ ਤੁਸੀਂ ਇਹ ਜਿਹੜੀ ਪੁਆਇੰਟ ਰੱਖਿਆ। ਇਸ ਕਰਕੇ ਉਹ ਜਿਹੜਾ ਹੈਗਾ, ਇਸ ਕਰਕੇ ਜਿਹੜਾ ਭਾਵੇਂ ਤੁਸੀਂ ਫਾਰਮ 'ਚ ਕੰਮ ਕਰਦੇ ਹੋ, ਟੈਕਸੀ ਚਲਾਉਂਦੇ, ਭਾਵੇਂ ਜੱਜ ਹੋ, ਭਾਵੇਂ MP ਹੋ, ਭਾਵੇਂ ਮਿਨਿਸਟਰ ਹੋ ਜੀ, ਜਿਹੜੀ ਸਿਟੀਜ਼ਨਸ਼ਿਪ ਦੇ ਜਿਹੜੇ ਤੁਹਾਡੀ ਇੱਕ ਆਬਲੀਗੇਸ਼ਨ ਹੈ, ਜਿਹੜੀ ਸਪਿਰਿਟ ਹੈ, ਉਹ ਸਾਰੇ ਜੋਨ ਨਹੀਂ ਹੈ। ਬਿਲਕੁਲ, ਸਭ ਤੋਂ ਜ਼ਿਆਦਾ ਪਾਵਰ ਹੈ ਨਾ ਜਿਹੜੀ ਐਕਚੁਅਲੀ ਜਿਹੜਾ ਇੱਥੋਂ ਦਾ ਸਿਟੀਜ਼ਨ ਹੈ ਉਹਦੇ ਵਿੱਚ ਰਿਜ਼ਾਈਡ ਕਰਦੀ ਹੈ। ਬਹੁਤ ਅੱਛਾ। ਕਿਉਂਕਿ ਜਿੰਨਾ ਮਰਜ਼ੀ ਪਾਵਰਫੁਲ ਬੰਦਾ, ਮੈਂ ਦੱਸਦਾ ਇਸ ਮੁਲਕ ਦੀ ਜਿਹੜੀ ਖਾਸੀਅਤ ਹੈ, ਜਿਹੜੀ ਕਿ ਸਾਰਿਆਂ ਨੂੰ ਉਹ ਸਮਝਣੀ ਚਾਹੀਦੀ ਹੈ ਜੀ, ਮੇਰੀ ਰੋਜ਼ੀ ਰੋਟੀ ਦੇ ਵਿੱਚ ਜਿੰਨਾ ਮਰਜ਼ੀ ਪੋਲੀਟੀਕਲੀ ਤਾਕਤਵਰ ਬੰਦਾ ਹੋਵੇ, ਜਿੰਨਾ ਮਰਜ਼ੀ ਪੈਸੇ 'ਚ ਤਾਕਤਵਰ ਹੋਵੇ, ਜਿੰਨਾ ਮਰਜ਼ੀ ਹੋਰ ਕਿਸੇ ਤਰੀਕੇ ਤਾਕਤਵਰ ਹੋਵੇ, ਮੇਰੀ ਰੋਜ਼ੀ ਰੋਟੀ ਵਿੱਚੋਂ ਵਿਗ ਨਹੀਂ ਪਾ ਸਕਦਾ। ਬਿਲਕੁਲ। ਜੇ ਉਹ ਅਟੈਂਪਟ ਵੀ ਕਰੇਗਾ ਤਾਂ ਸਿਸਟਮ ਆ ਕੇ ਉਹਨੂੰ ਦੋਸ਼ ਦੇ ਕਰਾਏਗਾ। ਬਹੁਤ ਅੱਛਾ। ਮਿਨਿਸਟਰ ਦਾ ਬੱਚਾ ਹੋਵੇ, ਉਹਦਾ ਮੁੰਡਾ ਹੋਵੇ, ਤੇ ਆਪਾਂ ਦੇਖਦੇ ਹਾਂ ਟੀਵੀ ਦੇ ਉੱਤੇ ਜਿਹੜੇ ਇੰਡੀਆ ਦੇ ਜਿਹੜੇ ਹੁੰਦੇ ਮਿਨਿਸਟਰਾਂ ਦੇ ਮੁੰਡੇ ਵੱਡੇ ਕੀ ਕਰਦੇ ਨੇ। ਇੱਥੇ ਮੈਂ ਕਹਿੰਦਾ ਭਾਵੇਂ ਜਿੰਨਾ ਮਰਜ਼ੀ ਕਲੋਜ਼ ਫਰੈਂਡ ਹੋਵੇ ਤੇ ਉਹ ਦੇਖਿਆ ਵੀ ਇਹ ਬੰਦਾ ਕਿਤੇ ਮਾੜੇ ਕੰਮ 'ਚ ਇਨਵੋਲਡ ਹੈ, ਡਰੱਗ 'ਚ ਇਨਵੋਲਡ ਹੈ, ਇਹਨੇ ਆਹ ਕੰਮ ਕਰਤਾ, ਸਾਰੇ ਪਿੱਛੇ ਹਟ ਜਾਂਦੇ। ਨੋਬਡੀ ਡੇਅਰਸ ਟੂ ਕਾਲ ਈਵਨ ਏ ਪੁਲਿਸ ਆਫੀਸਰ ਵੀ ਮੇਰਾ ਮੁੰਡਾ ਇਹਨੂੰ ਛੱਡ ਦੇ। ਜੇ ਉਹ ਕਾਲ ਟ੍ਰਾਂਸਫਰ ਹੋ ਗਈ, ਯੂ ਆਰ ਡਨ, MP ਯੂ ਆਰ ਡਨ, ਮਿਨਿਸਟਰ ਯੂ ਆਰ ਡਨ, ਯੂ ਆਰ ਪ੍ਰਾਈਮ ਮਿਨਿਸਟਰ ਯੂ ਆਰ ਡਨ। ਤੇ ਇਸ ਕਰਕੇ ਉਹ ਜਿਹੜੀ ਫਰੀडम ਹੈ ਨਾ ਟੂ ਐਕਸਪ੍ਰੈਸ ਮਾਈਸੈਲਫ, ਸੋ ਤੁਸੀਂ ਭਾਵੇਂ ਜਿਹੋ ਜਿਹਾ ਮਰਜ਼ੀ ਕੰਮ ਕਰਦੇ ਹੋ, ਪਰ ਯੂਰ ਓਪੀਨੀਅਨ ਜਿਹੜਾ ਹੈਗਾ ਦੈਟ ਮੇਕਸ ਦ ਸੋਸਾਇਟੀ ਕਲੈਕਟਿਵਲੀ ਜੀ ਬੈਟਰ। ਸੋ ਜੀ, ਜਦੋਂ ਆਪਾਂ ਕੈਨੇਡਾ ਦੀ ਵੈਲਿਊਜ਼ ਨੂੰ ਜਾਣਦੇ ਹਾਂ, ਔਰ ਕੈਨੇਡਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਨਾ ਵੀ ਸਾਡੀ ਜਨਮ ਭੂਮੀ ਪੰਜਾਬ ਹੋ ਸਕਦੀ ਹੈ, ਲੇਕਿਨ ਜਿਹੜਾ ਸਾਡਾ ਕਰਮ ਭੂਮੀ ਹੈ, ਬੇਸ਼ੱਕ ਉਹ ਕੋਈ ਟੈਕਸੀ ਡਰਾਈਵਰ ਹੈ, ਗੈਸ ਸਟੇਸ਼ਨ ਤੇ ਕੰਮ ਕਰ ਰਿਹਾ, ਬੇਸ਼ੱਕ ਫੈਕਟਰੀ 'ਚ ਕੰਮ ਕਰ ਰਿਹਾ, ਕੁਛ ਵੀ ਹੈ, ਇੱਥੋਂ ਦੀਆਂ ਜਿਹੜੀਆਂ ਵੈਲਿਊਜ਼ ਹੈ ਔਰ ਇੱਥੋਂ ਦਾ ਇਹ ਕਹਿ ਲਓ ਕਿ ਜਿਹੜੀ ਸਾਡੀ ਕਰਮ ਭੂਮੀ ਨੇ ਸਾਨੂੰ ਦਿੱਤਾ, ਤੁਸੀਂ ਜਿਵੇਂ ਕਹਿੰਦੇ ਨਾ ਵੀ ਤੁਹਾਨੂੰ ਕੋਈ ਕਰਾਹਾ ਫੇਰਨ ਦੀ ਲੋੜ ਨਹੀਂ ਹੈ, ਜ਼ਮੀਨ ਉਪਜਾਊ ਹੈ, ਤੁਸੀਂ ਬੀਜੋ, ਚੰਗਾ ਬੀਜੋ, ਔਰ ਉਹ 100% ਜਿਹੜਾ ਪੁੰਗਰ ਕੇ ਨਿਕਲ ਕੇ ਉਹ ਤੁਹਾਨੂੰ ਫਲ ਦੇਗਾ। ਰਹੀ ਸੋ ਜਦੋਂ ਆਪਾਂ ਕਹਿੰਦੇ ਆ ਕਿ ਜਿਵੇਂ ਹੁਣ ਡਰੱਗਸ ਦੇ ਵਿੱਚ ਮੈਂ ਹੋਰ ਕਿਸੇ ਵੀ ਦੀ ਨਹੀਂ ਗੱਲ ਕਰ ਰਿਹਾ, ਨਾ ਹੀ ਕਿਸੇ ਨੂੰ ਪਿਨ ਪੁਆਇੰਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਡਰੱਗਸ ਦੀ ਗੱਲ ਕਰਦੇ ਹਾਂ, ਫਿਰ ਸਾਡੇ ਬੱਚੇ, ਸਾਡੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਉਂਦੇ ਆ, ਉਹਨਾਂ ਦੀ ਗੱਲ ਕਰਦੇ ਆ, ਇਮੀਗ੍ਰੈਂਟਸ ਇੱਥੇ ਆਉਂਦੇ ਆ, ਹੋਰ ਬਹੁਤ ਸਾਰੇ ਜਿਹੇ ਜਿਹੜੇ ਕੇਸਿਸ ਦੇ ਵਿੱਚ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ, 15-15 20-20 ਸਾਲ ਜਿਹੜੇ ਕੇਸ ਲਮਕਦੇ ਰਹਿੰਦੇ ਆ, ਉਹ ਵੀ ਇੱਥੇ ਆਉਂਦੇ ਆ। ਸੋ ਅੱਜ ਕੱਲ੍ਹ ਜੋ ਮਾਹੌਲ ਕੈਨੇਡਾ ਦਾ ਬਣਿਆ ਹੋਇਆ, ਮੈਂ ਖਾਸ ਕਰਕੇ GTA ਦੀ ਟੋਰਾਂਟੋ ਦੀ ਗੱਲ ਕਰ ਰਿਹਾ, ਤਾਂ ਤੁਸੀਂ ਕੀ ਸਮਝ ਰਹੇ ਹੋ ਜਦੋਂ ਤੁਸੀਂ 40 ਸਾਲ ਪਿੱਛੇ ਨਿਗਾਹ ਮਾਰਦੇ ਆ, ਤਾਂ ਜਦੋਂ ਤੁਹਾਡੇ ਕਾਰਜਕਾਲ ਦੌਰਾਨ ਜੱਜ ਹੁੰਦੇ ਹੋਏ ਉਦੋਂ ਨਿਗਾਹ ਮਾਰਦੇ ਹੋ ਤੇ ਅੱਜ ਨਿਗਾਹ ਮਾਰਦੇ ਹੋ, ਤੁਹਾਨੂੰ ਕਿੰਨਾ ਕੁ ਉੱਚਾ ਨੀਵਾਂ ਗ੍ਰਾਫ ਨਜ਼ਰ ਆਉਂਦਾ ਹੈ? ਦੇਖੋ, ਜਿਹੜੀ ਇੱਕ ਨਾ ਤੁਸੀਂ ਇੱਕ ਆਪਾਂ ਨੂੰ ਬੜੀ ਮੰਨ ਕੇ ਗੱਲ ਚੱਲਣੀ ਚਾਹੀਦੀ ਹੈ। ਮੈਂ ਆਪਣੇ ਪੇਰੈਂਟਸ ਦੇ ਨਾਲ, ਮੇਰੇ ਪੇਰੈਂਟਸ ਮੇਰੇ ਨਾਲ 35 ਸਾਲ ਤੋਂ ਰਹਿੰਦੇ ਨੇ। ਮੈਂ ਆਪਣੀ ਮਦਰ ਨਾਲ ਕਈ ਵਾਰੀ ਧਾਰਮਿਕ ਤੌਰ ਤੇ ਵੀ ਗੱਲ ਕਰਦਾ। ਮੈਂ ਕਿਹਾ ਤੁਸੀਂ ਜਿਹੜੇ ਮਰਜ਼ੀ ਪੱਖੋਂ ਲਾ ਲਓ ਜੀ, ਆਪਾਂ ਕਹਿੰਦੇ ਵੀ ਜਿੱਥੇ ਚੰਗਿਆਈ ਹੈ, ਜਿੱਥੇ ਇਮਾਨਦਾਰੀ ਹੈ, ਉੱਥੇ ਖੁਸ਼ਹਾਲੀ ਹੈ। ਬਿਲਕੁਲ, ਹੈ ਨਾ। ਸੋ ਇਮਾਨਦਾਰੀ ਜਿਹੜੀ ਜੇ ਇਹ ਮੁਲਕ ਖੁਸ਼ਹਾਲ ਹੈ, ਇਹ ਕੋਈ ਲੱਕ ਨਹੀਂ ਹੈ। These people have been working hard from last 150 years ਜੀ। ਤੁਸੀਂ ਲਾ ਲਓ ਇਹੋ ਜਿਹੇ ਮਾਹੌਲ ਦੇ ਵਿੱਚ, ਇਹੋ ਜਿਹੇ ਮੌਸਮ ਦੇ ਵਿੱਚ, ਜਿਹੜੇ ਅੱਜ ਤੋਂ 200-250 ਸਾਲ ਪਹਿਲਾਂ ਜਿਹੜੇ ਇਹ ਬੰਦੇ ਰਹੇ ਨੇ, ਉਹਨਾਂ ਨੇ ਕਿੰਨੇ ਇਹ ਜਿਹੜਾ ਇਨਫਰਾਸਟ੍ਰਕਚਰ ਬਣਾਉਣਾ, CN ਰੇਲ ਕਰਨੀ, ਇਹ ਕਰਨਾ, ਉਹ ਕਰਨਾ। ਇਸ ਕਰਕੇ ਇਹ ਜਿਹੜਾ ਮੁਲਕ ਹੈਗਾ, ਇਹ ਕੋਈ ਬਟਨ ਨਹੀਂ ਹੈਗਾ ਵੀ ਐਂ ਕਰਕੇ ਔਨ ਕਰਤਾ ਤੇ ਇਹ ਹੁਣ ਵਧੀਆ ਬਣ ਗਿਆ, ਹੈ ਨਾ। ਇਸ ਕਰਕੇ ਇਟ ਟੁੱਕ ਅ ਲੌਂਗ ਟਾਈਮ ਜੀ। ਸੋ ਜਿਹੋ ਜਿਹਾ ਅਸੀਂ ਪਾਇਆ ਸੀਗਾ, ਜੇ ਇਹਨੂੰ ਉਹ ਜਿਹਾ ਛੱਡਣਾ
ਜੀ ਜਿਹੜੀ ਨੀਤ ਨਾਲ ਅਸੀਂ ਆਏ ਸੀ ਵੀ ਅਸੀਂ ਮੁਲਕ 'ਚ ਤਾਂ ਜਾਣਾ ਵੀ ਇਹ ਮੁਲਕ ਚੰਗਾ ਹੈ, ਜੇ ਇਹਨੂੰ ਉਹ ਜਿਹਾ ਰਹਿਣ ਦੇਣਾ ਹੈ ਤਾਂ ਤੁਹਾਨੂੰ ਚੰਗੀਆਂ ਗੱਲਾਂ ਕਰਨੀਆਂ ਪੈਣਗੀਆਂ। ਬਿਲਕੁਲ, ਕਿਉਂਕਿ ਜਿਹੜਾ ਮੇਰਾ ਓਪੀਨੀਅਨ ਹੈ, ਇਹ ਜਿਹੜੀ ਮੇਰੀ ਸੋਚ ਹੈ, ਉਹ ਸੁਸਾਇਟੀ ਨੂੰ ਵਧੀਆ ਬਣਾਉਂਦੀ ਹੈ। ਬਹੁਤ ਅੱਛਾ। ਮੇਰੀ ਕਾਰ ਨਹੀਂ ਬਣਾਉਂਦੀ। ਕਾਰ ਭਾਵੇਂ ਮੇਰੇ ਕੋਲ 5 ਲੱਖ ਦੀ ਹੋਵੇ, ਘਰ ਭਾਵੇਂ ਮੇਰੇ ਕੋਲ 10 ਮਿਲੀਅਨ ਦਾ ਹੋਵੇ, ਤੇ ਭਾਵੇਂ ਮੇਰੇ ਕੋਲ ਕੱਪੜੇ ਜਿੰਨੇ ਮਰਜ਼ੀ ਮਹਿੰਗੇ ਹੋਣ, ਮੈਂ ਆਪਦੇ ਘਰ ਚੋਂ ਨਿਕਲਦਾ। ਆਈ ਐਮ ਨਾਟ ਡੂਇੰਗ ਐਨੀਥਿੰਗ ਫॉर ਐਨੀਬਡੀ ਐਲਸ, ਦੈਟਸ ਜਸਟ ਮੀ, ਹੈ ਨਾ। ਬਟ ਜੇ ਮੇਰੀ ਸੋਚ ਚੰਗੀ ਹੈ, ਮੈਂ ਜਿੰਨਾ ਮਰਜ਼ੀ ਗਰੀਬ ਬੰਦਾ, ਮੈਂ ਬਾਹਰ ਨਿਕਲਣਾ ਹੈ, ਮੈਂ ਹੱਸ ਕੇ ਬੋਲਣਾ ਹੈ ਜੀ, ਸੋਸਾਇਟੀ ਦੇ ਨਾਲ ਰਲ ਕੇ ਚੱਲਣਾ ਹੈ ਜੀ, ਹੈ ਨਾ। ਤੇ ਉਹ ਮੈਂ ਆਪਣੇ ਵੀ ਕੰਟਰੀਬਿਊਸ਼ਨ ਕਰੀ ਜਾਣੀ ਹੈ। ਕਿਸੇ ਦੀ ਗਰੋਸਰੀ ਦਾ ਬੈਗ ਵਿੱਚ ਚੱਕ ਕੇ ਰੱਖਤਾ, ਜੇ ਕੋਈ ਬੰਦਾ ਮਿਲ ਗਿਆ, ਜੇ ਕੋਈ ਚੀਜ਼ ਪਈ ਉੱਥੇ ਚੱਕ ਕੇ ਰੱਖਤੀ, ਪਾਰਕ ਦੇ ਵਿੱਚ ਐ ਕਰਤਾ, ਕਿਸੇ ਬੱਚੇ ਦੀ ਹੈਲਪ ਕਰਤੀ। ਸੋ ਇਸ ਕਰਕੇ ਜਿਹੜਾ ਓਪੀਨੀਅਨ ਜਿਹੜਾ ਹੈਗਾ ਤੁਹਾਡਾ, ਉਹ ਇਟ ਮੇਕਸ ਦ ਸੋਸਾਇਟੀ ਬੈਟਰ। ਇਹਨਾਂ ਲੋਕਾਂ ਦੇ ਵਿਚਾਰ ਸੋਚ ਆਪਣੇ ਨਾਲੋਂ ਬਹੁਤ ਪ੍ਰੋਗਰੈਸਿਵ ਸੀ, ਤੇ ਤਾਂ ਇਹ ਇਸ ਵੇਲੇ ਤੇ ਇੱਕ ਇਹ ਵੀ ਸੋਚਣਾ ਚਾਹੀਦਾ, ਇੱਕ ਜਿਹੜਾ ਡਿਸਕ੍ਰਿਮੀਨੇਸ਼ਨ ਆ ਜਾਂ ਜਿਹੜਾ ਪ੍ਰੈਜੁਡਿਸ ਹੈ ਜੀ, ਇਹ ਤੁਹਾਡੇ ਕਈ ਵਾਰੀ ਆਪਾਂ ਖੁਸ਼ੀ ਮਨਾਉਣ ਦੇ ਵਿੱਚ ਵੀ ਸ਼ੋਅ ਕਰਦੇ ਆ। ਮੈਨੂੰ ਪਤਾ ਹੁਣ ਜਦੋਂ ਸਾਜਨ ਆਪਣੇ ਡਿਫੈਂਸ ਮਿਨਿਸਟਰ ਬਣਿਆ ਸੀਗਾ, ਲੋਕੀ ਐਵੇਂ ਜੀ ਸਲੂਟ ਮਾਰਦੇ ਜੀ, ਫਲਾਨਾ ਜੀ, ਧਮਕਾ ਜੀ। ਯੂ ਹੈਵ ਟੂ ਅੰਡਰਸਟੈਂਡ, ਜੇ ਮੈਂ ਆਪਣੀ ਤਰੱਕੀ ਤੁਹਾਡੇ ਮੂਹਰੇ ਉਹਦਾ ਡਾਂਸ ਕਰਾਈ ਜਾਊਂਗਾ ਤਾਂ ਮੈਂ ਐ ਵੀ ਅਸੀਂ ਕਰ ਲਿਆ ਆਪਣੇ ਜੋੜ ਨਾਲ। ਯੂ ਹੈਵ ਟੂ ਅੰਡਰਸਟੈਂਡ, ਸਾਡੀ ਤਾਂ ਇੱਥੇ ਪਾਪੂਲੇਸ਼ਨ 2-2.5% ਵੀ ਨਹੀਂ ਹੈ। ਬਿਲਕੁਲ, because the rest of the 98% and the system ਜੀ, they understood ਸਾਡਾ ਹਾਰਡ ਵਰਕ, ਸਾਡੀ ਸੋਚ, ਤਾਂ ਹੀ ਉਹ ਜੇ ਅਸੀਂ ਆ ਕੇ ਉਹ ਅਪਲਾਈ ਕੀਤਾ ਤੇ ਸਾਨੂੰ ਉਸਨੇ ਵਧਣ ਫੁੱਲਣ ਦਾ ਅਧਿਕਾਰ ਦਿੱਤਾ। ਇਸ ਕਰਕੇ we owe our gratitude back to the system and the people ਜਿਹੜੇ ਸੀ ਪਹਿਲਾਂ ਸੀ। ਬਹੁਤ ਅੱਛਾ, ਹੈ ਨਾ। ਇਹ ਕਰਕੇ ਕਦੇ ਵੀ ਇਸ ਤਰ੍ਹਾਂ ਨਹੀਂ ਮਹਿਸੂਸ ਕਰਨਾ ਚਾਹੀਦਾ। ਫਿਰ ਬਾਕੀ ਇਹ ਵੀ ਕੋਸ਼ਿਸ਼ ਇਹ ਨਾ ਕਰੋ ਵੀ ਤੁਸੀਂ ਇੱਥੋਂ ਦੇ ਲੋਕਾਂ ਦੇ ਨਾਲ ਜਾਂ ਬੰਦਿਆਂ ਦੇ ਨਾਲ ਥੋੜਾ ਲਿੰਕ ਹੈ। ਇੱਥੋਂ ਦੀ ਜਿਹੜੀ ਲੈਂਡਸਕੇਪ ਹੈ, ਤੁਸੀਂ ਵੀ ਆਰਟ ਦੇ ਨਾਲ ਥੋੜਾ ਹੈਗਾ ਪ੍ਰਭਾਵ ਵਾਸਤਾ ਹੈ। ਜੇ ਤੁਸੀਂ ਲੇਕ ਦੇ ਮੂਹਰੇ ਜਾ ਕੇ ਖੜਦੇ ਹੋ, ਕੋਈ ਚੰਗੀ ਜਿਹੜੀ ਕੋਈ ਜਗ੍ਹਾ, ਜਿਹੜੀ ਕੋਈ ਕੁਦਰਤੀ ਜਿਹੜਾ ਹੈਗੀ ਗੱਲ ਹੈ, ਉੱਥੇ ਤੁਹਾਡਾ ਐਕਸੈਂਟ ਨਹੀਂ ਉਹਨੇ ਪੁੱਛਣਾ ਵੀ ਲੇਕ ਨੇ, ਤੁਹਾਡੀ ਉਹਨੇ ਲੈਂਗੁਏਜ ਨਹੀਂ ਪੁੱਛਣੀ, ਤੁਹਾਡਾ ਕੱਦ ਨਹੀਂ ਦੇਖਣਾ, ਤੁਹਾਡਾ ਰੰਗ ਨਹੀਂ ਦੇਖਣਾ, ਉਹਨੇ ਤੁਹਾਨੂੰ ਉਹੀ ਫੀਲਿੰਗ ਦੇਖਣੀ ਹੈ। ਭਾਵੇਂ ਆਪਣੀ ਲੈਂਗੁਏਜ ਦੇ ਜੇ ਕੋਈ 4 ਲਾਈਨਾਂ ਵੀ ਲਿਖਣੀਆਂ, ਉਹ ਤੁਹਾਨੂੰ ਉਹੀ ਫੀਲਿੰਗ ਦੇਣੀ ਉਹਨੇ। ਇਸ ਕਰਕੇ ਜਿਹੜਾ ਰਿਲੇਸ਼ਨਸ਼ਿਪ ਹੈ ਇੱਥੇ, ਇਸ ਲੈਂਡਸਕੇਪ ਨਾਲ ਬਣਾਓ ਜੀ, ਤੇ ਇੱਥੋਂ ਦਾ ਜਿਹੜਾ ਸਿਸਟਮ ਹੈ ਉਹਦੇ ਤੇ ਇੰਨਾ ਵਿਸ਼ਵਾਸ ਕਰੋ ਵੀ ਗਾਏ ਜੇ ਕੋਈ ਤੁਹਾਨੂੰ ਕੋਈ ਮਾੜੀ ਚੰਗੀ ਗੱਲ ਕਰਦਾ ਵੀ ਹੈ, ਸਿਸਟਮ ਤੁਹਾਡੇ ਨਾਲ ਹੈ। ਬਹੁਤ ਅੱਛਾ। ਲੋਕਾਂ ਦੀ ਜਿਹੜੀ ਪਸੰਦਗੀ ਜੇ ਤੁਸੀਂ ਨਹੀਂ ਇੱਥੇ ਤੁਹਾਨੂੰ ਮਿਲਣੀ, ਉਹ ਤੁਹਾਡੇ ਫਿਰ ਕੰਮਾਂ ਕਰਾਉਣੇ ਮਿਲਣੀ ਹੈ। ਅੱਛੇ ਹੋਵੋਗੇ, ਜਿਹੜਾ ਉੱਥੇ ਦੇ ਜਿਹੜੀ ਨੇਬਰਹੁੱਡ ਤੁਹਾਨੂੰ ਪਸੰਦ ਕਰੂਗੀ, ਤੁਹਾਨੂੰ ਕੋਈ ਵੱਡਾ ਚਾਂਸ ਮਿਲ ਗਿਆ, ਜੇ ਮੈਨੂੰ ਜਦੋਂ ਹੁਣ ਜੱਜ ਦਾ ਚਾਂਸ ਮਿਲ ਗਿਆ, ਤਾਂ ਮੇਰੇ ਵਿਚਾਰ ਜਦੋਂ ਮੈਂ ਟੈਕਸੀ ਚਲਾਉਂਦਾ ਸੀ ਫਿਰ ਵੀ ਇਹੀ ਸੀ। ਉਦੋਂ ਮੈਂ ਇੱਕ ਬੰਦੇ ਨੂੰ ਯਾਨੀ ਇੰਪ੍ਰੈਸ ਕਰ ਸਕਦਾ ਸੀ, ਜਦੋਂ ਮੈਂ ਜੱਜ ਬਣ ਗਿਆ ਮੈਂ ਉਹੀ ਵਿਚਾਰ ਨੇ। ਫਿਰ ਮੇਰਾ ਜਿਹੜਾ ਪਲੇਟਫਾਰਮ ਵੱਡਾ ਹੋ ਗਿਆ। ਜਿੰਨਾ ਵੱਡਾ ਹੋਈ ਜਾਂਦਾ ਹੈਗਾ ਪਲੇਟਫਾਰਮ, ਉਸੇ ਹਿਸਾਬ ਦੇ ਨਾਲ ਫਿਰ ਬੰਦਾ ਆਪਦੀ ਜਿਹੜੀ ਚੰਗਿਆਈ ਹੈ, ਮੇਰਾ ਕਹਿਣ ਦਾ ਮਤਲਬ ਇਹੀ ਹੈ ਵੀ ਜੇ ਤੁਸੀਂ ਇਸ ਮੁਲਕ ਦਾ ਸਹੀ ਜੇ ਇਹਦੀ ਸਪਿਰਿਟ ਨੂੰ ਇੰਜੋਏ ਕਰਨਾ ਹੈ, ਤਾਂ ਉਹ ਤੁਸੀਂ ਜਿਹੜਾ ਇਹਨੂੰ ਇੰਜੋਏ ਕਰ ਸਕਦੇ। ਜਿਹੜੀ ਤੁਹਾਡੀ ਇੱਕ ਨੈਚੁਰਲ ਵਧੀਆ ਆਰਗੈਨਿਕ ਤਰੀਕੇ ਨਾਲ ਜਿਹੜੀ ਤੁਹਾਡੀ ਜਿੰਨੀ ਮਿਹਨਤ ਕੀਤੀ ਹੈ, ਉਹਨਾਂ ਕੰਮ ਉਹਨ ਕਰਦੇ ਹੋ, ਉਨੀ ਤੁਹਾਡੀ ਤਰੱਕੀ ਹੋ ਰਹੀ ਹੈ। then you will not feel tired, then you will not feel awkward, you will not feel ਵੀ ਮੈਂ ਕਿਸੇ ਤੋਂ ਛੋਟਾ ਜਾਂ ਕਿਸੇ ਤੋਂ ਵੱਡਾ, ਤੁਸੀਂ you will feel just Canadian। ਉਹ ਜਿਹੜੀ ਹੈ, ਉਹ ਜਿਹੜਾ ਮਾਦਾ ਅਖਤਿਆਰ ਕਰਕੇ, ਉਹ ਜਿਹੀ ਸੋਚ ਅਖਤਿਆਰ ਕਰਕੇ ਇਸ ਮੁਲਕ ਦੇ ਵਿੱਚ ਤੁਹਾਨੂੰ ਵਿਚਰਨਾ ਚਾਹੀਦਾ। ਤੁਸੀਂ ਆਪਣਾ ਜਿਹੜਾ ਮੈਕਸਿਮਮ ਜਿਹੜਾ ਹੈਗਾ ਪੋਟੈਂਸ਼ੀਅਲ ਰਿਅਲਾਈਜ਼ ਕਰ ਸਕਦੇ ਹੋ। ਫੋਕਸ ਜਿਹੜਾ ਜ਼ਿਆਦਾ ਪ੍ਰੋਸੈਸ ਤੇ ਹੋਣਾ ਚਾਹੀਦਾ ਹੈ, ਗੋਲ ਤੇ ਨਹੀਂ ਹੋਣਾ ਚਾਹੀਦਾ। ਸੋ ਜਿੰਨਾ ਵੀ ਅੱਜ ਹੁਣ ਤੱਕ ਆਪਾਂ ਵਿਚਾਰ ਚਰਚਾ ਕੀਤੀ ਹੈ, ਸਾਰੇ ਦਾ ਜੇ ਮੰਥਨ ਕਰੀਏ ਤਾਂ ਜਿਹੜਾ ਸਿੱਟਾ ਸਾਹਮਣੇ ਆਇਆ ਉਹ ਇਹ ਹੈ ਕਿ ਜਿਹੜੀ ਤੁਹਾਡੀ ਆਈਡੀਓਲੋਜੀ ਹੈ, ਤੁਹਾਡੀ ਜਿਹੜੀ ਵਿਚਾਰਧਾਰਾ ਹੈ, ਉਹ ਅਗਰ ਚੰਗੀ ਹੈ, ਜੇ ਕਹਿੰਦੇ ਮਨ ਚੰਗਾ ਕਠੌਤੀ ਮੇਂ ਗੰਗਾ, ਜੇ ਉਹ ਚੰਗਾ ਹੈ, ਬੇਸ਼ੱਕ ਤੁਹਾਡਾ ਕੋਈ ਵੀ ਕੰਟਰੀ ਹੋਵੇ, ਚਾਹੇ ਤੁਸੀਂ ਬੈਕ ਹੋਮ ਦੀ ਗੱਲ ਕਰੋ, ਚਾਹੇ ਕੈਨੇਡਾ ਦੀ ਗੱਲ ਕਰੋ, ਚਾਹੇ ਕਿਸੇ ਵੀ ਕੰਟਰੀ ਦੀ ਗੱਲ ਕਰੀਏ, ਤਾਂ ਜਿੱਥੇ ਵੀ ਬੰਦਾ ਉਹ ਰਹਿ ਰਿਹਾ ਹੋਵੇਗਾ ਤਾਂ ਸ਼ਾਇਦ ਉਹਦੇ ਲਈ ਉਹੀ ਜਿਹੜਾ ਨਜ਼ਾਰਾ ਤੇ ਸਵਰਗ ਬਣ ਜਾਏਗਾ। ਇਹਦੇ ਨਾਲ ਮੈਂ ਡਿਸਐਗਰੀ ਕਰਦਾ, ਕਿਉਂਕਿ ਤੁਸੀਂ ਇਹ ਦੇਖਣਾ ਜਿਹੜੀ ਚੰਗਿਆਈ ਹੈ ਤੇ ਬੁਰਾਈ ਹੈ ਉਹ ਐਗਜ਼ਿਸਟ ਕਰਦੀ ਹੈ, ਇਹੋ ਇਹਨਾਂ ਨੇ ਕੋਐਗਜ਼ਿਸਟ ਕਰਨਾ। ਪਰ ਇਹ ਦੇਖਣਾ ਵੀ ਬੋਲਬਾਲਾ ਕਿਹਦਾ। ਹੁਣ ਜਦੋਂ ਤੁਸੀਂ ਇੰਡੀਆ ਵਿੱਚ ਜਾਂ ਹੋਰ ਕੋਈ ਕੰਟਰੀ ਨੇ, ਬੰਗਲਾਦੇਸ਼, ਪਾਕਿਸਤਾਨ, ਕਿਵੇਂ ਜਿਹੜਾ ਇੱਕ ਬਦਮਾਸ਼ ਬੰਦਾ ਹੈਗਾ, ਉਹਨੂੰ ਫੜਦਾ ਤਾਂ ਉਹਨੂੰ ਸਾਰਾ ਸਿਸਟਮ ਬਚਾਉਣ ਵਾਸਤੇ ਤਿਆਰ ਆ ਜਾਂਦਾ, ਉਹਦੀ ਨਾਲ ਆ ਜਾਂਦਾ। ਇੱਥੇ ਜਿਹੜਾ ਇੱਕ ਬਦਮਾਸ਼ ਬੰਦਾ ਹੈਗਾ,
ਉਸ ਨੂੰ ਸਿਸਟਮ ਛੱਡ ਦਿੰਦਾ। ਦੱਸ ਵੀ ਅਸੀਂ ਤੇਰੀ ਹੈਲਪ ਵੀ ਤੂੰ ਸਾਡਾ ਕੁਝ ਤੂੰ ਲੱਗਦਾ ਹੀ ਨਹੀਂ। ਸੋ ਬੋਲ ਵਾਲਾ ਦੂਜਾ, ਇਸ ਕਰਕੇ ਉੱਥੇ ਤੁਸੀਂ ਚੰਗਿਆਈ ਹੈ ਤੁਹਾਡੀ ਲਾਇਬਿਲਿਟੀ ਹੈ ਜੀ, ਇੱਥੇ ਜਿਹੜੀ ਚੰਗਿਆਈ ਹੈ ਇਹ ਤੁਹਾਡਾ ਐਸੈਟ ਹੈ। ਬਹੁਤ ਅੱਛਾ, ਸਹੀ ਹੈ। ਤੇ ਇਸ ਕਰਕੇ ਇਹ ਚੀਜ਼ ਹੈ ਵੀ ਇੱਥੇ ਚੰਗੇ ਤੇਰੀਆਂ ਕਦਰਾਂ ਕੀਮਤਾਂ, ਵੈਲਿਊਜ਼, ਐਥਿਕਸ ਜਿਹੜੇ ਆ ਉਹ ਤੁਹਾਡਾ ਇੰਨੀ ਤੁਹਾਨੂੰ ਸੋਲਿਡ ਫੀਲਿੰਗ ਦੇਣਗੇ। ਹੋ ਸਕਦਾ ਤੁਹਾਨੂੰ ਐ ਪਹਿਲਾਂ ਲੱਗੇ ਜਿਵੇਂ ਬੰਦਾ ਕੋਈ ਆਪਣੀ ਸਪੀਡ ਤੇ ਜਾ ਰਿਹਾ 100 ਤੇ ਕੋਈ 140 ਤੇ ਲੰਘ ਗਿਆ, ਲੱਗਦਾ ਜਿਵੇਂ ਪਿੱਛੇ ਰਹਿ ਗਿਆ। ਤੇ ਜਦੋਂ ਉਹਦੀ ਕਾਰ ਮੂਹਦੀ ਪਈ ਹੁੰਦੀ ਹੈ ਜਾਂ ਪੁਲਿਸ ਨੇ ਫੜਿਆ ਹੁੰਦਾ ਉਦੋਂ ਬੰਦਾ ਕੁਝ ਲੰਘਦਾ, ਉਦੋਂ ਕਹਿੰਦਾ ਸ਼ੁਕਰ ਹੈ ਮੈਂ ਨਹੀਂ ਕੀਤਾ। ਲਾਈਫ ਜਿਹੜੀ ਹੈ ਇੱਥੇ ਯੂ ਵਿਲ ਫਾਈਂਡ ਦੈਟ ਜਿਹੜੇ ਬੰਦੇ ਨਾ ਅਸਲੀ ਜਿਹੜੀ ਗੁੱਡ ਹੈ ਇੱਥੋਂ ਦੀ ਅੱਛੀ ਲਾਈਫ ਹੈ, ਉਹ ਜਿਹੜੇ ਬੰਦੇ ਜਿਹੜਾ ਨਾਰਮਲ ਜਿਹੜੇ ਬੰਦੇ ਨੇ ਹੈ ਨਾ। ਇਹ ਮੁਲਕ ਇੱਕ ਐਸਾ ਤੁਸੀਂ ਦੇਖੋਗੇ ਜਿਹੜੇ ਹੋਰ ਜਿਹੜੇ ਕੈਪੀਟਲ ਕੰਟਰੀ ਨੇ ਉਹਨਾਂ ਨੂੰ ਜੇ ਲੇਕ ਤੇ ਘਰ ਲੈਣਾ ਤਾਂ ਉਹਨਾਂ ਨੂੰ ਆਪਣਾ ਮੈਂ ਕਹਿੰਦਾ ਪਤਾ ਕਿੰਨਾ ਕੁਝ ਵੇਚਣਾ ਪੈ ਸਕਦਾ ਜੀ। ਸਾਡਾ ਜੇ ਇੱਥੇ ਲੇਕ ਤੇ ਵੀ ਰਹਿਣਾ ਨਾ 1,25,000 ਦਾ ਤੁਸੀਂ ਕੋਈ ਲੈ ਕੇ ਟ੍ਰੇਲਰ ਜਾਂ ਜਿਹੜੀ ਮਰਜ਼ੀ ਲੇਕ ਤੇ ਖੜਾ ਕਰ ਲਓ। ਬਸ ਸਹੀ ਹੈ। ਹੋ ਸਕਦਾ ਬਾਹਲੀ ਜਿਹੜੀ ਜਿੱਥੇ ਅਮੀਰ ਲੋਕੀ ਰਹਿੰਦੇ ਉੱਥੇ ਨਾ ਹੋਊਗੀ, ਪਰ ਜਿਹੜੀ ਹੋਰ ਕੋਈ ਛੋਟੀ ਲੇਕ ਤੇ ਹੋ ਜਾਊਗਾ। ਕਿਉਂਕਿ ਜਿਹੇ ਜੀ ਇੱਥੇ ਲਾਈਫ, ਮੈਂ ਇੱਥੇ ਕਈ ਐਸੇ ਬੰਦੇ ਦੇਖੇ ਨੇ ਜਿਹੜੇ ਕਿ ਸੋਚ ਸਮਝ ਕੇ ਚੱਲਦੇ ਨੇ। ਟਰੱਕ ਡਰਾਈਵਰ ਨੇ, ਦੇ ਐਕਚੁਅਲੀ ਹੈਵਿੰਗ ਸੱਚ ਅ ਫੈਂਟੈਸਟਿਕ ਲਾਈਫ ਕਿ ਜਿਹੜਾ ਉੱਥੋਂ ਦਾ IAS ਬੰਦਾ ਵੀ ਜਿਹੜਾ ਨਹੀਂ ਉਹ ਜਾਂ ਆਪਣੇ ਫਿਸ਼ਿੰਗ ਕਰਨ ਜਾ ਰਹੇ ਨੇ, ਆਈਸ ਫਿਸ਼ਿੰਗ ਕਰਨ ਜਾ ਰਹੇ ਨੇ, ਕਰਕੇ ਉਹਨੂੰ ਅੰਡਰਸਟੈਂਡ ਆ ਗਿਆ ਹੈ ਨਾ ਵੀ ਅਸੀਂ ਇਹ ਨਹੀਂ ਵੀ ਜ਼ਰੂਰੀ ਅਸੀਂ 65 ਸਾਲ ਦੀ ਉਮਰ 'ਚ ਵੀ 1 ਮਿਲੀਅਨ ਦੀ ਮੌਰਗੇਜ ਲੈਣੀ ਹੈ ਨਾ। ਇਸ ਕਰਕੇ ਯੂ ਹੈਵ ਟੂ ਅੰਡਰਸਟੈਂਡ ਵੀ ਜਿਹੜਾ ਇੱਥੇ ਜਿਹੜਾ ਬੰਦਾ ਦੁੱਖ ਦੇ ਰਿਹਾ ਆਪਣੇ ਆਪ ਨੂੰ ਜਾਂ ਉਹ ਕਿਸੇ ਚੀਜ਼ ਹੈ ਉਹ ਆਪਣੇ ਕਾਰਨਾਂ ਕਰਕੇ ਹੈ, ਉਹ ਸਿਸਟਮ ਕਰਕੇ ਨਹੀਂ ਹੈਗਾ। ਬਹੁਤ ਅੱਛਾ। ਤੇ ਉੱਥੇ ਜਿਹੜਾ ਕਿ ਬੰਦਾ ਜਿਹੜਾ ਫਸਿਆ ਹੋਇਆ ਉਹ ਬੰਦਾ ਸਿਸਟਮ ਕਰਕੇ ਫਸਿਆ। ਸੋ ਕਹਿਣ ਦਾ ਭਾਵ ਇਹ ਆ ਵੀ ਵਿਚਾਰ ਚੰਗੇ ਹੋਣਾ ਇਹ ਇੱਕ ਅਲੱਗ ਗੱਲ ਹੈ, ਇਹ ਹੋਣੀ ਵੀ ਚਾਹੀਦੀ ਹੈ, ਪਰ ਨਾਲ ਦੀ ਨਾਲ এনवायरमेंट ਜਿਹੜਾ ਉੱਥੋਂ ਦਾ ਐਰਾ ਜਾਂ ਔਰਾ ਹੈ ਉਹ ਕਿਸ ਤਰ੍ਹਾਂ ਦਾ, ਇਹ ਵੀ ਉਹ ਮਹੱਤਵਪੂਰਨ ਗੱਲ ਹੈ। ਸੋ ਮਿੰਟ ਸਾਡੇ ਕੋਲੇ ਧਾਲੀਵਾਲ ਸਾਹਿਬ ਸਿਰਫ 5-7 ਬਚੇ ਨੇ। ਸਟੂਡੈਂਟਸ ਨੂੰ ਲੈ ਕੇ ਮੈਂ ਚਾਹੁੰਦਾ ਕਿ ਤੁਸੀਂ ਕੋਈ ਅਜਿਹਾ ਮੈਸੇਜ ਕੋਈ ਉਹਨਾਂ ਨੂੰ ਜ਼ਰੂਰ ਸੰਦੇਸ਼ ਦਿਓ ਜਿਹਦੇ ਨਾਲ, ਕਿਉਂਕਿ ਤੁਸੀਂ ਇੱਕ ਜੱਜ ਦੇ ਤੌਰ ਤੇ ਅਜਿਹੇ ਤਜਰਬੇ ਨੂੰ ਦੱਸ ਸਕਦੇ ਹੋ ਕਿ ਉਹਨਾਂ ਦੇ ਕੰਨਾਂ 'ਚ ਇਹ ਜ਼ਰੂਰ ਗੱਲ ਪੈ ਸਕੇ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਹੈ ਜਿਹੜੇ ਕਿ ਕਾਫੀ ਕਹਿੰਦੇ ਆ ਕਿ ਇਕੱਲਾ ਕੈਨੇਡਾ ਦੇ ਮੀਡੀਆ ਵਿੱਚ ਨਹੀਂ, ਉਹ ਭਾਰਤ ਦੇ ਮੀਡੀਆ ਦੇ ਵਿੱਚ ਜਾਂ ਵਰਲਡ ਦੇ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਉੱਥੇ ਦੇ ਮੀਡੀਆ ਦੇ ਵਿੱਚ ਵੀ ਸੁਰਖੀਆਂ 'ਚ ਆਏ ਰਹਿੰਦੇ ਆ। ਖਾਸ ਕਰਕੇ ਟੋਰਾਂਟੋ ਦਾ ਜੇ ਗੱਲ ਕਰੀਏ ਇੱਥੋਂ ਦੇ, ਤਾਂ ਉਹਨਾਂ ਬਾਰੇ ਕੋਈ ਨਾ ਕੋਈ ਸੰਦੇਸ਼ ਜਿਹੜਾ ਦੇਖੋ ਇਹਦੇ ਵਿੱਚ ਰਮਨ ਗੱਲ ਇਹ ਵੀ ਜਿਹੜਾ ਡਿਸਕਲੋਜ਼ਰ ਮੈਂ ਇਹ ਦੇਣਾ ਚਾਹੂੰਗਾ ਵੀ ਮੈਜੋਰਿਟੀ ਆਫ ਦ ਪੀਪਲ ਆਰ ਗੁੱਡ, ਠੀਕ ਹੈ, ਪਰ ਮੈਜੋਰਿਟੀ ਦਾ ਜਿਹੜਾ ਇੰਪੈਕਟ ਨਹੀਂ ਰਹਿੰਦਾ ਜਦੋਂ ਜਿਹੜੇ ਥੋੜੇ ਬੰਦੇ ਬਹੁਤ ਵਲਗਰ ਹੋ ਜਾਣ ਜੀ, ਮੈਜੋਰਿਟੀ ਪੁੱਛਪ ਕਰ ਜਾਵੇ। ਬਿਲਕੁਲ ਫਿਰ ਉਹ ਮੈਜੋਰਿਟੀ ਦਾ ਕੋਈ ਇੰਪੈਕਟ ਨਹੀਂ ਹੈ। ਇਸ ਕਰਕੇ ਜਿਹੜਾ ਆਪਾਂ ਇੰਪੈਕਟ ਦੇਖਦੇ ਆ ਉਹ ਦੂਜੇ ਬੰਦੇ ਦਾ ਹੈ। ਇਸ ਕਰਕੇ ਉਹਨਾਂ ਨੂੰ ਇਹੀ ਹੈ ਜਿਹੜਾ ਇਸ ਮੁਲਕ ਦੇ ਵਿੱਚ ਕੋਈ ਤੁਹਾਨੂੰ ਇਹ ਜਿਹਾ ਕੰਮ ਜਦੋਂ ਕਰਦੇ ਹੋ ਤਾਂ ਉਹ ਇਟ ਵਿਲ ਬੀ ਹੈਲਡ ਅਗੇਂਸਟ ਯੂ। ਕਿਸੇ ਨੇ ਤੁਹਾਡੀ ਹੈਲਪ ਨਹੀਂ ਕਰਨੀ। ਇੱਥੇ ਤਾਂ ਜੇ ਕੋਈ ਨਕਲ ਮਾਰਦਾ ਫੜ ਗਿਆ, ਇਹ ਨਹੀਂ ਹੈ ਵੀ ਜੇ ਮੇਰੀ ਵਾਈਫ ਉੱਥੇ ਹੰਬਰ ਕਾਲਜ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਆ ਤੇ ਉਹ ਜਾ ਕੇ ਜਿਹੜੇ ਬੰਦੇ ਨੇ ਫੜਿਆ ਉਹਨੂੰ ਕਹਿੰਦੇ ਵੀ ਇਹਨੂੰ ਛੱਡ ਦੇ। ਨੋ, ਨੋਬਡੀ ਵਿਲ ਯੂਜ਼ ਹਿਸ ਔਰ ਹਰ ਕ੍ਰੈਡੀਬਿਲਿਟੀ ਜਿਹੜੀ ਕਿ ਤੁਹਾਡੀ ਜਿਹੜੀ ਕੋਈ ਬਦਮਾਸ਼ੀ ਜਾਂ ਜਿਹੜੀ ਸਟੂਪਿਡਿਟੀ ਨੂੰ ਵਾਸ਼ ਕਰਨ ਵਾਸਤੇ। ਇੱਥੇ ਉਹ ਇਸ ਤਰ੍ਹਾਂ ਮੇਰੀ ਜਿੰਨੀ ਵੀ ਕ੍ਰੈਡੀਬਿਲਿਟੀ ਹੈ ਜੀ, ਮੈਂ ਉਹ ਕਿਸੇ ਦੀ ਹੈਲਪ ਕਰਨ ਵਾਸਤੇ ਜਿਹੜਾ ਕੋਈ ਬੰਦਾ ਚੰਗਾ ਕੰਮ ਕਰਦਾ ਉਹਦੇ ਵਾਸਤੇ ਯੂਜ਼ ਕਰਨ ਦੇ ਵਿੱਚ ਆਪਣੀ ਇੱਜ਼ਤ ਸਮਝਾਂਗਾ ਤੇ ਆਪਣੀ ਕ੍ਰੈਡੀਬਿਲਿਟੀ ਨੂੰ ਆਪਣੇ ਇੱਕ ਜੱਜ ਹੋਣ ਦੇ ਨਾਤੇ ਮੈਂ ਕਿਸੇ ਹੋਰ ਜੱਜ ਨੂੰ ਕਹਾਂ ਕਿ ਆਹ ਕੰਮ ਗਲਤ ਕਰੇ, ਦੱਸਣਾ ਇਹ ਹੁੰਦਾ ਨਹੀਂਗਾ। ਇਸ ਕਰਕੇ ਉਹਨਾਂ ਬੱਚਿਆਂ ਨੂੰ ਇਹ ਚਾਹੀਦਾ ਵੀ ਜਿਹੜੀ ਤੁਹਾਡੀ ਡਿਜੀਟਲ ਲਾਈਫ ਹੈ ਉਹਨੂੰ ਵੀ ਸਾਫ਼ ਸੁਥਰਾ ਰੱਖੋ ਤੇ ਜਿਹੜੀ ਤੁਹਾਡੀ ਸੋਸ਼ਲ ਲਾਈਫ ਹੈ ਉਹਨੂੰ ਵੀ ਸਾਫ਼ ਸੁਥਰਾ ਰੱਖੋ ਤੇ ਜਿਹੜੀ ਤੁਹਾਡੀ ਐਕੈਡੈਮਿਕ ਜਿਹੜੀ ਲਾਈਫ ਹੈ ਜਿਹਦੇ ਕਰਕੇ ਤੁਸੀਂ ਆਏ ਹੋ ਉਹਨੂੰ ਵੀ ਸਾਫ਼ ਸੁਥਰਾ ਰੱਖੋ। ਇੱਕ ਦਿਮਾਗ ਦੇ ਵਿੱਚੋਂ ਇਹ ਕੱਢ ਦਿਓ, ਕਈ ਲੋਕਾਂ ਨੂੰ ਇਹ ਹੁੰਦਾ ਅਸੀਂ 14,000 ਫੀਸ ਦਿੰਦੇ ਹਾਂ, ਅਸੀਂ 20,000 ਦਿੰਦੇ ਹਾਂ। ਜੇ ਇਹ ਜਿਹੇ ਕੁਐਸਚਨ ਨੇ ਉਹਨਾਂ ਨੂੰ ਕਿਸੇ ਜਿਹੜਾ ਸੀਨੀਅਰ ਬੰਦਾ ਹੈਗਾ ਜਾਂ ਜਾਣਦਾ ਹੈਗਾ ਉਹਨੂੰ ਪੁੱਛੋ ਕਿ ਕਿਉਂ ਦਿੰਦੇ ਜੀ। ਮੈਂ ਕਿਹਾ ਜਿਹੜਾ ਬੇਟਾ ਜਾਂ ਬੇਟੀ ਹੈ ਜੇ ਉੱਥੇ ਜਾ ਕੇ ਉਹ 3,000 ਫੀਸ ਦਿੰਦੇ, 4 ਦਿੰਦੇ ਆ, ਤੁਸੀਂ 14 ਦਿੰਦੇ, ਮੈਂ ਤੁਹਾਨੂੰ ਉੱਥੇ ਕਰ ਦੱਸ ਕਿ ਮੇਰੇ ਨਾਲ ਕਈ ਵਾਰੀ ਇੰਟਰੈਕਸ਼ਨ ਹੁੰਦੀ ਹੈ। ਮੈਂ ਆਪਣੇ ਸਾਡੇ ਪਿੰਡ ਦੇ 2 ਬੱਚੀਆਂ ਮੈਂ ਹੀ ਉਹਨਾਂ ਨੂੰ ਸਪਾਂਸਰ ਕੀਤਾ ਤੇ ਕਿਵੇਂ ਲੈ ਗਏ, ਉਹ ਕਹਿੰਦੇ ਅੰਕਲ ਵੀ ਇਟਸ ਨਾਟ ਫੇਅਰ। ਮੈਂ ਕਿਹਾ ਬੇਟੇ ਇਸ ਤਰ੍ਹਾਂ ਇੱਥੇ ਜਿਹੜਾ ਬੱਚਾ ਇੱਥੋਂ ਦਾ ਜਿਹੜਾ ਬੰਦਾ ਆ ਰਿਹਾ ਉਹਦੇ ਫਾਦਰ ਮਦਰ ਨੂੰ 35 ਸਾਲ ਇੱਥੇ ਟੈਕਸ ਦਿੰਦੇ ਹੋ ਗਏ। ਬਿਲਕੁਲ ਠੀਕ ਹੈ। ਜਿਹੜੇ ਇਨਫਰਾਸਟ੍ਰਕਚਰ ਬਣਿਆ ਹੋਇਆ ਉਹ ਵੀ ਉਹਨਾਂ ਦੇ ਪੈਸੇ ਨਾਲ ਬਣਿਆ ਹੋਇਆ। ਤੁਸੀਂ 911 ਕਾਲ ਕਰਦੇ ਹੋ ਉਹ ਵੀ ਉਹਨਾਂ ਦੇ ਪੈਸੇ ਨਾਲ ਬਣੀ ਹੋਈ ਹੈ।
ਜਿਹੜੀਆਂ ਸਾਰੀਆਂ ਸੜਕਾਂ ਜਾਂ ਕਿਵੇਂ ਸਹੂਲਤਾਂ ਨੇ, ਸਹੂਲਤਾਂ ਉਹ ਸਭ ਉਹਨਾਂ ਦੇ ਪੈਸੇ ਦੇ ਨਾਲ ਬਣੀਆਂ ਹੋਈਆਂ। ਉਹਨਾਂ ਨੇ ਜਿਹੜਾ ਆਪਣਾ ਸਵੈਟ ਤੇ ਬਲੱਡ ਜਿਹੜਾ ਹੈਗਾ ਆਲਰੇਡੀ ਇਹਨਾਂ ਵਾਸਤੇ ਦਿੱਤਾ ਹੋਇਆ ਜੀ। ਇਸ ਕਰਕੇ ਦੈਟਸ ਵਾਈ ਜਿਹੜਾ ਉਹਨਾਂ ਦਾ ਜਿਹੜੀ ਬਿਲਕੁਲ ਜਿਹੜਾ ਉਹ ਉਸ ਤਰੀਕੇ ਨਾਲ ਚੱਲਦਾ। ਤੇ ਤੁਸੀਂ ਇਸ ਜਿਹੜਾ ਸਿਸਟਮ ਹੈ ਇਹ ਜਿਹੜਾ ਇਹਨੂੰ ਬਣਾਉਣ ਵਾਸਤੇ ਇੰਨਾ ਟਾਈਮ ਲੱਗਿਆ, ਤੁਸੀਂ ਇਹਦੇ ਵਿੱਚ ਆ ਕੇ ਪਲੱਗ ਇਨ ਕਰਨਾ, ਤੁਹਾਨੂੰ ਰਾਈਟ ਵੇ ਜਿਹੜਾ ਸਾਈਫਰ ਦੇ ਨਾਲ ਜਿਹੜਾ ਤੁਹਾਨੂੰ ਰਿਵਾਰਡ ਮਿਲਣਾ। ਔਰ ਜਿੰਨੀ ਕੁ ਸਾਡੀ ਸਪੀਡ ਹੈ ਜਾਂ ਜਿੰਨੀ ਕੁ ਇੱਥੋਂ ਦੇ ਸਿਟੀਜ਼ਨ ਦੀ ਸਪੀਡ ਆ, ਉਹੀ ਸਪੀਡ ਉਹ ਬਾਹਰੋਂ ਆ ਕੇ ਤੁਹਾਨੂੰ 2-4 ਮਹੀਨਿਆਂ ਦੇ ਵਿੱਚ ਵੀ ਮਿਲ ਜਾਂਦੀ ਹੈ। ਸੋ ਗੱਲ ਇਹ ਆ ਕਿ ਤੁਸੀਂ ਕਿਵੇਂ ਔਰ ਕਿਸ ਤਰੀਕੇ ਦੇ ਨਾਲ, ਕਿਹੜਾ ਨਜ਼ਰੀਆ ਤੁਸੀਂ ਉਸ ਤਰੀਕੇ ਨਾਲ ਤੁਸੀਂ ਅਪਣਾ ਰਹੇ ਹੋ। ਜੇ ਤਾਂ ਨੈਗੇਟਿਵ ਨਜ਼ਰੀਆ ਤਾਂ ਤੁਹਾਨੂੰ ਸਭ ਕੁਝ ਉਹ ਨੈਗੇਟਿਵ ਹੀ ਨਜ਼ਰ ਆਏਗਾ, ਔਰ ਜੇ ਅਗਰ ਪੋਜ਼ਿਟਿਵ ਹੈ ਤਾਂ ਉਹ ਪੋਜ਼ਿਟਿਵ ਨਜ਼ਰ ਆਏਗਾ। ਇੱਕ ਜਿਹੜੇ ਆਪਣੇ ਨਵੇਂ ਬੰਦੇ ਆਉਂਦੇ ਨੇ ਉਹਨਾਂ ਨੂੰ ਜ਼ਰੂਰ ਆਪਣੀ ਟ੍ਰੇਲ ਰੱਖੋ, ਡਾਕੂਮੈਂਟੇਸ਼ਨ ਰੱਖੋ ਜੀ। ਉਹ ਜਿਹੜਾ ਤੁਸੀਂ ਅੱਗੇ ਜਦੋਂ PR ਅਪਲਾਈ ਕਰਨੀ ਹੈ ਜਾਂ ਸਿਟੀਜ਼ਨਸ਼ਿਪ ਅਪਲਾਈ ਕਰਨੀ ਹੈ, ਇਹ ਚੀਜ਼ਾਂ ਦਾ ਆਪਣੇ ਡਾਕੂਮੈਂਟੇਸ਼ਨ ਸਾਡੀ ਅਸੀਂ ਪੰਜਾਬ ਜਿਹੜਾ ਹੈਗਾ ਇੱਕ ਬਾਰਡਰ ਸਟੇਟ ਹੈ ਵਿਚਾਰੇ ਨੂੰ ਕਦੇ 20-30 ਸਾਲ ਬਾਅਦ ਕਦੇ ਇੱਧਰ ਹੋਵੇ ਕਦੇ ਇੱਧਰ ਹੋਵੇ। ਸਾਡਾ ਸੁਭਾਅ ਨਹੀਂ ਹੈ, ਸਾਨੂੰ ਤਾਂ ਫੋਟੋਆਂ ਖਿੱਚੀਆਂ ਹਫ਼ਤਾ ਪਹਿਲਾਂ ਨਹੀਂ ਕਿ ਲੱਭਦੀਆਂ ਵੀ ਕਿੱਥੇ ਗਈਆਂ, ਇੱਕ ਦੂਜੇ ਨੂੰ ਅਸੀਂ ਪੁੱਛਦੇ ਰਹਿੰਦੇ ਹਾਂ, ਡੇਟ ਆਫ ਬਰਥ ਨਹੀਂ ਸਾਨੂੰ ਆਪਣੇ ਆਪ ਦਾ ਪਤਾ ਲੱਗਦਾ, ਸਾਡੀ ਨੇਚਰ ਆ ਜੀ। ਇੱਥੇ ਜਿਹੜਾ ਸਿਸਟਮ ਇਹ ਹੈ ਵੀ ਇਹ ਬਹੁਤ ਜ਼ਰੂਰੀ ਹੈ, ਡਾਕੂਮੈਂਟੇਸ਼ਨ ਜਿਹੜੀ ਆ ਉਹ ਆਪਣੀ ਬਹੁਤ ਜ਼ਰੂਰੀ ਹੈ, ਤਾਂ ਕਿ ਜਦੋਂ ਕੋਈ ਵੀ ਤੁਸੀਂ ਕੰਮ ਗਾਹਾਂ ਜੌਬ ਲੈਣੀ ਹੈ ਜਾਂ ਸਿਟੀਜ਼ਨਸ਼ਿਪ ਅਪਲਾਈ ਕਰਨੀ ਹੈ, PR ਅਪਲਾਈ ਕਰਨੀ ਹੈ, ਕੋਈ ਲੋਨ ਅਪਲਾਈ ਕਰਨਾ ਹੈ, ਕਿਵੇਂ ਹੈ ਜਿਹੜਾ ਆਪਣਾ ਫਿਰ ਤੁਸੀਂ ਇੱਥੇ ਰਹਿੰਦੇ ਹੋ, ਤੁਹਾਨੂੰ ਪਤਾ ਹੈ ਜਿਹੜਾ ਆਪਣਾ ਕ੍ਰੈਡਿਟ ਵਗੈਰਾ ਹੈਗਾ ਕਿੰਨਾ ਰੱਖਣਾ ਹੈ। ਤਾਂ ਮੈਂ ਐਕਚੁਅਲੀ ਆਪਣੇ ਫੇਸਬੁੱਕ ਦੇ ਉੱਤੇ ਮੈਂ ਪਾਇਆ ਸੀਗਾ ਵੀ ਮੇਰਾ ਕ੍ਰੈਡਿਟ 887 ਹੈ, ਤੁਹਾਡਾ ਕਿੰਨਾ ਹੈ? ਅੱਛਾ, ਹੈ ਨਾ, ਕਿਉਂਕਿ 900 ਇਜ਼ ਮੈਕਸਿਮਮ, ਹੈ ਨਾ। ਇਸ ਕਰਕੇ ਉਹ ਤਾਂ ਬਣੇਗਾ ਜੇ ਤੁਸੀਂ ਇੱਥੇ ਚੰਗੀ ਲਾਈਫ ਜਿਓਗੇ, ਚਾਦਰ ਵੇਖ ਕੇ ਪੈਰ ਪਸਾਰੋਗੇ, ਜਿੰਨਾ ਤੁਹਾਨੂੰ ਆਮਦਨ ਹੈ ਉਸ ਹਿਸਾਬ ਨਾਲ ਖਰਚਾ ਕਰੋ। ਇੱਥੇ ਵੀ ਜਿਹਦਾ ਮਰਜ਼ੀ ਫ੍ਰਿਜ ਖੋਲ ਕੇ ਦੇਖ ਲਓ, ਉਹਦੇ ਕੋਲ ਦੁੱਧ ਪਿਆ, ਉਹਦੇ ਕੋਲ ਜੂਸ ਪਿਆ, ਉਹਦੇ ਕੋਲ ਸਾਰਾ ਸਮਾਨ ਪਿਆ, ਭਾਵੇਂ ਉਹ ਬੰਦਾ 3 ਲੱਖ ਬਣਾਉਂਦਾ, ਭਾਵੇਂ 1 ਲੱਖ ਬਣਾਉਂਦਾ, ਭਾਵੇਂ 50,000 ਬਣਾਉਂਦਾ। ਇਸ ਕਰਕੇ ਜਿਹੜਾ ਇੱਥੇ ਜਿੰਨੀ ਵਧੀਆ ਤਰੀਕੇ ਨਾਲ ਰਹੋਗੇ, ਇਹ ਜਿਹੜਾ ਮੁਲਕ ਹੈ ਇਹ ਤੁਹਾਡੀ ਸਟੇਟਸ ਦੇ ਹਿਸਾਬ ਦੇ ਨਾਲ ਉਹਨੇ ਤੁਹਾਨੂੰ ਸਭ ਕੁਝ ਦੇਤਾ। ਜੇ ਤੁਸੀਂ ਸਿਟੀਜ਼ਨਸ਼ਿਪ ਲੈ ਲਈ ਤਾਂ ਤੁਹਾਨੂੰ ਉਹਨੇ 250 ਸਾਲ ਪਹਿਲਾਂ, ਜਿਹੜਾ 100 ਸਾਲ ਪਹਿਲਾਂ ਜਿਹੜਾ ਬੰਦਾ ਰਹਿੰਦਾ ਉਹਦੇ ਲਿਆ ਕੇ ਹੱਕਾਂ ਦੇ ਵਿੱਚ ਤੇ ਸਾਰੀ ਚੀਜ਼ਾਂ ਵਿੱਚ ਬਰਾਬਰ ਲਿਆਤਾ, ਪਰ ਤੁਸੀਂ ਫਿਰ ਫਰਜ਼ਾਂ ਦੇ ਵਿੱਚ ਵੀ ਬਰਾਬਰ ਰਹੇ ਹੋ, ਡਿਊਟੀਆਂ ਨੂੰ ਵੀ ਬਰਾਬਰ। ਹਾਂ, ਇਸ ਕਰਕੇ ਜੇ ਸਿਟੀਜ਼ਨਸ਼ਿਪ ਹੈ ਉਹ ਕੋਈ ਹੋਲਡ ਬੈਕ ਨਹੀਂ ਕਰ ਰਹੀ, then why should I hold back anything? I should give myself to the country. ਜਦੋਂ ਤੁਸੀਂ ਇਸ ਮੁਲਕ ਨੂੰ ਆਪਣਾ ਸਮਝੋਗੇ ਤਾਂ ਤੁਸੀਂ ਇਹਦੇ ਨਾਲ ਠੱਗੀ ਮਾਰਨ ਦੀ ਨਹੀਂ ਕਰੋਗੇ। ਆਪਣਾ ਮਨ ਜਿਹੜਾ ਬੜਾ ਸ਼ੈਤਾਨ ਹੈ, ਆਪਾਂ ਜਨਾਨੀਆਂ ਦੇਖਦੇ ਆ, ਲੋਕੀ ਦੇਖਦੇ ਆ, ਆਪਣੀ ਜਨਾਨੀ ਵੀ ਦੇਖਦੇ ਆ, ਆਪਣੀ ਬੇਟੀ ਵੀ ਦੇਖਦੇ ਆ, ਦੂਜਿਆਂ ਦੀ ਬੇਟੀ ਵੀ ਦੇਖਦੇ ਆ। ਤੁਸੀਂ ਆਪਾਂ ਨੂੰ ਸਭ ਪਤਾ ਵੀ ਕਿਵੇਂ ਬਿਹੇਵ ਕਰਨਾ। ਇਸ ਕਰਕੇ ਜਿਹੜਾ ਇਹ ਮੁਲਕ ਨੂੰ ਵੀ ਆਪਣਾ ਸਮਝੋ ਤੁਸੀਂ, ਫਿਰ ਕੋਈ ਮਾੜਾ ਵਿਚਾਰ ਨਹੀਂ ਆਏਗਾ ਮੈਂ ਆਹ ਕਰਨਾ, ਮੈਂ ਇਹਦੇ ਨਾਲ ਆਹ ਕਰਨਾ, ਕਿਉਂਕਿ ਆਪਣੇ ਨਾਲ ਤਾਂ ਧੋਖਾ ਬੰਦਾ ਫਿਰ ਕੋਈ ਵੀ ਨਹੀਂ ਕਰਦਾ। ਇਸ ਕਰਕੇ ਵੀ ਚੰਗੇ ਵਿਚਾਰਾਂ ਦੇ ਨਾਲ ਇਸ ਮੁਲਕ 'ਚ ਰਹੋ, ਤੇ ਇਹ ਮੁਲਕ ਨੇ, ਮੈਂ ਤੁਹਾਨੂੰ ਗਰੰਟੀ ਕਰਦਾ, ਤੁਹਾਨੂੰ ਕੋਈ ਚੀਜ਼ ਹੋਲਡ ਬੈਕ ਕਰਕੇ ਨਹੀਂ ਰੱਖਣੀ। ਬਹੁਤ ਬਹੁਤ ਸ਼ੁਕਰੀਆ ਧਾਲੀਵਾਲ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆ ਕੇ ਇੱਕ ਆਪਣਾ ਅਨਮੁੱਲਾ ਸਮਾਂ ਸਾਨੂੰ ਦਿੱਤਾ, ਔਰ ਬਹੁਤ ਉਮਦਾ ਦਰਜੇ ਦੀਆਂ ਜਿਹੜੀਆਂ ਗੱਲਾਂ ਨੇ ਆਪਣੀ ਵਿਚਾਰ ਚਰਚਾ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ, ਜਿਹਦੇ ਨਾਲ ਇਕੱਲੇ ਦਰਸ਼ਕ ਜਾਂ ਜਿਹੜੇ ਸੁਣਨ ਵਾਲੇ ਉਹੀ ਨਹੀਂ, ਮੈਂ ਵੀ ਤੁਹਾਡੇ ਤੋਂ ਇੰਸਪਾਇਰ ਹੋ ਕੇ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ, ਔਰ ਜਿਹਨੂੰ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਪਣਾ ਸਕਾਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਤੁਹਾਨੂੰ ਸੱਦਾ ਦੇਵਾਂਗੇ, ਤੁਸੀਂ ਸਟੂਡੀਓ ਦੇ ਵਿੱਚ ਆ ਕੇ ਹੋਰ ਅਜਿਹੀਆਂ ਗੱਲਾਂ, ਅਜਿਹੇ ਤਜਰਬਿਆਂ ਨੂੰ ਦਰਸ਼ਕਾਂ ਨਾਲ ਸਾਂਝਾ ਕਰੋ, ਤਾਂ ਕਿ ਅਵੇਅਰਨੈਸ ਹੈ ਜਿਹੜੀ, ਜਾਗਰੂਕਤਾ ਹੋਰ ਫੈਲ ਸਕੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਤੁਹਾਡਾ ਫਿਰ ਤੋਂ। ਥੈਂਕ ਯੂ ਵੈਰੀ ਮਚ। ਸੋ ਦਰਸ਼ਕੋ, ਤੁਹਾਡਾ ਵੀ ਸ਼ੁਕਰੀਆ, ਔਰ ਇਸੇ ਤਰੀਕੇ ਦੇ ਨਾਲ ਵਿਜ਼ਨ ਪੰਜਾਬ TV ਦੇਖਦੇ ਰਹੋ ਔਰ ਪਿਆਰ ਦਿੰਦੇ ਰਹੋ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਨੂੰ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ। 7 ਤੋਂ 8 ਇਸ ਦਾ ਸਮਾਂ ਹੁੰਦਾ ਹੈ, ਔਰ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਚਾਹੁੰਦੇ ਆ ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਤੋਂ ਬਾਅਦ, 905 790 9099 ਸਟੂਡੀਓ ਦਾ ਨੰਬਰ ਹੈ। ਔਰ ਇਸੇ ਹੀ ਗੱਲ ਤੋਂ ਬਾਅਦ ਅਸੀਂ ਇਜਾਜ਼ਤ ਲੈਂਦੇ ਹਾਂ, ਔਰ ਨਵੇਂ ਮਹਿਮਾਨ ਤੇ ਨਵੇਂ ਵਿਸ਼ੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ। ਜਿਉਂਦੇ ਰਹੋ, ਵਸਦੇ ਰਹੋ, ਘਰਾਂ 'ਚ ਰਹੋ। ਸ਼ਬਾ ਖੈਰ। ਸਤਿ ਸ੍ਰੀ ਅਕਾਲ।